ਸਨਮਾਨਯੋਗ ਗੁਰੂ ਪਿਆਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਚੱਲ ਰਹੀ ਆਨਲਾਈਨ ਗੁਰਮਤਿ ਕਲਾਸ SMC ਗੁਰਮਤਿ ਕਲਾਸ USA ਵਿੱਚ ਆਪ ਸਾਰਿਆਂ ਨੂੰ ਜੀ ਆਇਆਂ। ਸਾਰਿਆਂ ਦਾ ਸਵਾਗਤ ਹੈ। ਹਰ ਸੋਮਵਾਰ ਅਸੀਂ ਸਵਾਲ ਜਵਾਬ ਦਾ ਸੈਸ਼ਨ ਰੱਖਦੇ ਹਾਂ। ਆਪ ਜੀ ਨੂੰ ਭੇਜੇ ਹੋਏ ਸਵਾਲਾਂ ਦੇ ਉੱਤਰ ਪੈਨਲ ਮੈਂਬਰਾਂ ਵੱਲੋਂ ਦਿੱਤੇ ਜਾਂਦੇ ਹਨ। ਆਪ ਜੀ ਨੂੰ ਪਹਿਲਾਂ ਵੀ ਬੇਨਤੀ ਕੀਤੀ ਹੈ ਕਿ ਜੋ ਸਵਾਲ ਆਪ ਭੇਜਦੇ ਹੋ, ਪੈਨਲ ਮੈਂਬਰਸ ਉਹਦੇ ਉੱਤੇ ਵਿਚਾਰ ਕਰਕੇ ਜੋ ਸਹਿਮਤੀ ਬਣਦੀ ਹੈ ਉਹਦਾ ਜਵਾਬ ਆਪ ਨਾਲ ਸਾਂਝਾ ਕਰਦੇ ਹਨ। ਜਵਾਬ ਦਾ ਆਧਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਭਾਈ ਗੁਰਦਾਸ ਜੀ ਦੀਆਂ ਵਾਰਾਂ, ਪੁਰਾਤਨ ਇਤਿਹਾਸਕ ਸਰੋਤ, ਰਹਿਤਨਾਮੇ, ਸਿੱਖ ਰਹਿਤ ਮਰਿਆਦਾ, ਮਹਾਨ ਕੋਸ਼, ਗੁਰੂ ਗ੍ਰੰਥ ਸਾਹਿਬ ਦਰਪਣ, ਇਹ ਸਾਰੀਆਂ ਪੁਸਤਕਾਂ ਜੋ ਵਿਦਵਾਨਾਂ ਵੱਲੋਂ ਲਿਖੀਆਂ ਹਨ, ਜਿੱਥੋਂ ਜਾਣਕਾਰੀ ਮਿਲਦੀ ਹੈ, ਉਹ ਸਾਡੇ ਇਸ ਜਵਾਬ ਦੇ ਆਧਾਰ ਹੁੰਦੇ ਹਨ। ਫਿਰ ਵੀ ਜ਼ਰੂਰੀ ਨਹੀਂ ਹੈ ਕਿ ਸਾਡੇ ਦਿੱਤੇ ਹੋਏ ਜਵਾਬ ਆਪ ਜੀ ਨੂੰ 100% ਸੰਤੁਸ਼ਟ ਕਰ ਸਕਣ। ਆਪ ਜੀ ਦੇ ਮਨ 'ਚ ਕੋਈ ਵਿਚਾਰ ਆਵੇ ਤਾਂ ਜ਼ਰੂਰ ਦੁਬਾਰਾ ਉਹਦੇ ਲਈ ਸਾਨੂੰ ਮੈਸੇਜ ਭੇਜ ਕੇ, ਸੁਨੇਹਾ ਭੇਜ ਕੇ ਪੁੱਛ ਸਕਦੇ ਹੋ, ਜਾਂ ਸਵਾਲ ਜਵਾਬ ਜੋ ਬਾਅਦ ਵਿੱਚ ਸੈਸ਼ਨ ਤੋਂ ਹੁੰਦੇ ਹਨ ਉਹਦੇ 'ਚ ਵੀ ਆਪ ਸਵਾਲ ਕਰ ਸਕਦੇ ਹੋ। ਸਵਾਲ ਜਵਾਬ ਸੈਸ਼ਨ ਦੀ ਜ਼ਿੰਮੇਵਾਰੀ ਵੀਰ ਰਾਜਾ ਸਿੰਘ ਜੀ ਨਿਭਾਉਂਦੇ ਹਨ। ਵੀਰ ਰਾਜਾ ਸਿੰਘ ਜੀ ਅੱਜ ਸਫ਼ਰ ਵਿੱਚ ਹਨ। ਅੱਜ ਇਹ ਸਵਾਲ ਜਵਾਬ ਸੈਸ਼ਨ ਦੀ ਜ਼ਿੰਮੇਵਾਰੀ ਵੀਰ ਤੇਜਿੰਦਰ ਸਿੰਘ ਜੀ ਆਸਟ੍ਰੇਲੀਆ ਤੋਂ, ਜੋ ਅੱਜ ਕੱਲ੍ਹ ਆਸਟ੍ਰੇਲੀਆ ਹਨ, ਉਹ ਨਿਭਾਉਣਗੇ। ਬੇਨਤੀ ਕਰ ਰਿਹਾ ਹਾਂ ਵੀਰ ਤੇਜਿੰਦਰ ਸਿੰਘ ਜੀ ਨੂੰ ਕਿ ਅੱਜ ਦੇ ਸੈਸ਼ਨ ਦੀ ਸੇਵਾ ਸ਼ੁਰੂ ਕਰਨ। ਵੀਰ ਤੇਜਿੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਮਿਸ਼ਨਰੀ ਕਾਲਜ ਦੀ ਗੁਰਮਤਿ ਕਲਾਸ USA ਦੇ ਵਿੱਚ ਅੱਜ ਦੀ ਜੋ ਕਲਾਸ ਹੈ ਉਹਦੇ ਵਿੱਚ ਜੋ ਆਪ ਜੀ ਵੱਲੋਂ ਭੇਜੇ ਗਏ ਸਵਾਲ ਹਨ, ਉਹਨਾਂ ਨੂੰ ਪੈਨਲ ਦੇ ਮੈਂਬਰ ਆਪਣੇ ਪੈਨਲ ਵਿੱਚ ਡਿਸਕਸ਼ਨ ਕਰਕੇ ਔਰ ਜੋ ਆਮ ਰਾਏ ਬਣਦੀ ਹੈ ਆਪਸ ਵਿੱਚ ਸਲਾਹ ਮਸ਼ਵਰੇ ਤੋਂ ਬਾਅਦ, ਜਿਹਦਾ ਆਧਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਭਾਈ ਗੁਰਦਾਸ ਜੀ ਦੀਆਂ ਵਾਰਾਂ ਔਰ ਭਾਈ ਨੰਦ ਲਾਲ ਸਿੰਘ ਜੀ ਦੀਆਂ ਜੋ ਰਚਨਾਵਾਂ ਹਨ, ਔਰ ਫਿਰ ਜਿਹੜੇ ਸਾਡੇ ਕੋਲ ਇਤਿਹਾਸਕ ਸਰੋਤ ਮਿਲਦੇ ਹਨ, ਉਹਨਾਂ ਨੂੰ ਸਾਹਮਣੇ ਰੱਖ ਕਰਕੇ ਇਹਨਾਂ ਦੀ ਵਿਚਾਰ ਜਿਹੜੀ ਸਿੱਖ ਰਹਿਤ ਮਰਿਆਦਾ ਅਨੁਸਾਰ, ਜੇ ਉਹਦੇ ਨਾਲ ਕੋਈ ਸੰਬੰਧਿਤ ਸਵਾਲ ਹੋਵੇ ਤਾਂ ਇਸ ਤਰ੍ਹਾਂ ਵਿਚਾਰ ਕਰਕੇ ਜਿਹੜੇ ਹਨ ਉਹ ਸਵਾਲਾਂ ਦੇ ਜਵਾਬ ਜਿਹੜੇ ਹਨ ਉਹ ਆਪਸ ਵਿੱਚ ਜਿਹੜੇ ਵਿਚਾਰ ਕਰਕੇ ਨਿਰਣਾ ਕੀਤਾ ਜਾਂਦਾ ਹੈ। ਤੋ ਉਸ ਦੇ ਆਧਾਰ ਤੇ ਹੀ ਅੱਜ ਦੇ ਜੋ ਪੈਨਲ ਮੈਂਬਰ ਹਨ ਉਹ ਆਏ ਹਨ। ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਸਾਰੇ ਆ ਕਰਕੇ ਆਪਣੀ ਫਤਿਹ ਬੁਲਾਉਣ ਤੇ ਆਪਣੀ ਹਾਜ਼ਰੀ ਲਵਾਉਣ। ਸਭ ਤੋਂ ਪਹਿਲਾਂ ਮੈਂ ਬੇਨਤੀ ਕਰਾਂਗਾ ਭੈਣ ਮਨਿੰਦਰ ਕੌਰ ਜੀ ਨੂੰ, ਉਹ ਆਉਣ ਤੇ ਸਾਰਿਆਂ ਨਾਲ ਫਤਿਹ ਸਾਂਝੀ ਕਰਨ ਜੀ। ਭੈਣ ਮਨਿੰਦਰ ਕੌਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ। ਉਸ ਤੋਂ ਬਾਅਦ ਵੀਰ ਮਨਿੰਦਰਪਾਲ ਸਿੰਘ ਜੀ, ਜਿਨ੍ਹਾਂ ਨੂੰ ਅਸੀਂ MP ਸਿੰਘ ਕਹਿੰਦੇ ਪਿਆਰ ਨਾਲ, ਉਹ ਵੀ ਸੰਗਤਾਂ ਨਾਲ ਫਤਿਹ ਸਾਂਝੀ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਿਰ ਸਾਡੇ ਵੀਰ ਭਵਕੀਰਤਨ ਸਿੰਘ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਸੰਗਤਾਂ ਨਾਲ ਫਤਿਹ ਮਿਲਾ ਕੇ ਸਾਂਝ ਪਾਉਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਫਿਰ ਸਾਡੇ ਵੀਰ ਇੰਦਰਬੀਰ ਸਿੰਘ ਜੀ ਹਨ, ਉਹਨਾਂ ਨੂੰ ਬੇਨਤੀ ਹੈ ਕਿ ਉਹ ਫਤਿਹ ਸਾਂਝੀ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੋ ਚੇਅਰਮੈਨ ਵੀਰ ਹਰਜੀਤ ਸਿੰਘ ਜੀ ਪਹਿਲੇ ਹੀ ਆਪ ਜੀ ਨੂੰ ਮੁਖਾਤਬ ਹੋ ਚੁੱਕੇ ਹਨ, ਫਤਿਹ ਬੁਲਾ ਕੇ ਸਾਂਝ ਪਾ ਚੁੱਕੇ ਹਨ। ਤੋ ਸਾਰੇ ਹੀ ਵੀਰ ਭੈਣਾਂ ਜਿਹੜੇ ਵੀ ਦੇਸ਼ ਵਿਦੇਸ਼ ਤੋਂ ਅੱਜ ਦੀ ਇਸ ਕਲਾਸ ਵਿੱਚ ਹਾਜ਼ਰ ਹਨ, ਉਹਨਾਂ ਨੂੰ ਜੀ ਆਇਆਂ ਕਹਿੰਦਾ ਹੋਇਆ ਅੱਜ ਦੀ ਜੋ ਇਹ ਸਵਾਲ ਜਵਾਬ ਦਾ ਜਿਹੜਾ ਸੈਸ਼ਨ ਹੈ ਉਸ ਨੂੰ ਸ਼ੁਰੂ ਕਰਨ ਦੀ ਆਪ ਪਾਸੋਂ ਅਸੀਸ ਮੰਗਦਾ ਹਾਂ। ਔਰ ਸਭ ਤੋਂ ਪਹਿਲਾਂ ਮੈਂ ਬੇਨਤੀ ਕਰਾਂਗਾ ਭੈਣ ਮਨਿੰਦਰ ਕੌਰ ਜੀ ਨੂੰ, ਜਿਨ੍ਹਾਂ ਦਾ ਸਵਾਲ ਹੈ ਕਿ ਗਿਆਨੀ ਕਿਸ ਨੂੰ ਆਖਦੇ ਹਨ। ਤੋ ਭੈਣ ਜੀ ਨੂੰ ਬੇਨਤੀ ਕਰਾਂਗਾ ਕਿ ਇਸ ਪ੍ਰਥਾਏ ਆਪ ਜੀ ਨੇ ਸੰਗਤਾਂ ਨੂੰ ਦੱਸੋ ਕਿ ਗਿਆਨੀ ਕਿਸ ਨੂੰ ਕਹਿੰਦੇ ਹਨ। ਭੈਣ ਮਨਿੰਦਰ ਕੌਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਕਿ ਵੀਰ ਜੀ ਨੇ
ਦੱਸਿਆ ਹੈ ਕਿ ਸਵਾਲ ਹੈ ਗਿਆਨੀ ਕਿਸ ਨੂੰ ਆਖਿਆ ਜਾਂਦਾ ਹੈ। ਤੇ ਸੁਣਨ ਵਿੱਚ ਤੇ ਇਸ ਤਰ੍ਹਾਂ ਲੱਗਦਾ ਹੈ ਕਿ ਗਿਆਨੀ ਸ਼ਬਦ ਬੋਲਚਾਲ ਦਾ ਸ਼ਬਦ ਹੈ। ਗਿਆਨੀ ਸ਼ਬਦ ਗਿਆਨ ਤੋਂ ਬਣਿਆ ਹੈ। ਜਿਸ ਨੂੰ ਗਿਆਨ ਹੈ ਉਸ ਨੂੰ ਗਿਆਨੀ ਕਿਹਾ ਜਾਂਦਾ ਹੈ। ਇਹ ਤਾਂ ਹੈ ਸਾਡੀ ਬੋਲਚਾਲ ਦੀ ਪਰਿਭਾਸ਼ਾ। ਵੈਸੇ ਗਿਆਨੀ ਜਿਸਨੇ ਗਿਆਨ ਦੀ ਪੜ੍ਹਾਈ ਕੀਤੀ ਹੁੰਦੀ ਹੈ ਉਸ ਨੂੰ ਵੀ ਗਿਆਨੀ ਕਿਹਾ ਜਾਂਦਾ ਹੈ। ਜਿਵੇਂ ਡਾਕਟਰੀ ਜਿਹਨੇ ਕੀਤੀ ਹੈ ਉਹ ਡਾਕਟਰ ਹੈ, ਵਕਾਲਤ ਜਿਹਨੇ ਕੀਤੀ ਹੈ ਉਹ ਵਕੀਲ, ਤੇ ਅਸੀਂ ਰਾਗੀ, ਪ੍ਰਚਾਰਕ, ਕਥਾਕਾਰ ਨੂੰ ਵੀ ਗਿਆਨੀ ਜੀ ਕਹਿ ਦਿੰਦੇ ਹਾਂ। ਪਰ ਧਰਮ ਦੇ ਜਗਤ ਵਿੱਚ ਗਿਆਨੀ ਉਸ ਨੂੰ ਕਿਹਾ ਜਾਂਦਾ ਹੈ ਜਿਸ ਨੂੰ ਸੱਚ ਦਾ ਜਾਂ ਸੱਚਾਈ ਦਾ ਗਿਆਨ ਹੋ ਗਿਆ ਹੈ। ਇਹ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ। ਇਹ ਸੰਸਾਰ ਵਿਕਾਰਾਂ ਨਾਲ ਭਰਿਆ ਹੋਇਆ ਹੈ। ਜਿਸਨੇ ਪਰਮਾਤਮਾ ਨਾਲ ਸਾਂਝ ਬਣਾ ਲਈ ਹੈ ਉਹ ਇਸ ਤੋਂ ਬਚ ਨਿਕਲਦਾ ਹੈ, ਭਾਵ ਉਸਦਾ ਪਾਰ ਉਤਾਰਾ ਹੋ ਜਾਂਦਾ ਹੈ ਤੇ ਉਹ ਹੀ ਬ੍ਰਹਮ ਗਿਆਨੀ ਹੈ। ਅਸੀਂ ਸਾਰੇ ਤੇ ਸੁੱਤੇ ਪਏ ਹਾਂ, ਪਰ ਜੋ ਬ੍ਰਹਮ ਗਿਆਨੀ ਹੈ ਉਹ ਜਾਗਦਾ ਪਿਆ ਹੈ। ਤੇ ਬ੍ਰਹਮ ਗਿਆਨੀ ਵੀ ਗਿਆਨੀ ਹੈ। ਬਾਣੀ ਵਿੱਚ ਦੋਨੋਂ ਸ਼ਬਦਾਂ ਦਾ ਉਪਯੋਗ ਕੀਤਾ ਗਿਆ ਹੈ। ਗਿਆਨੀ ਉਹ ਜਿਸ ਨੂੰ ਆਤਮ ਗਿਆਨ ਵੀ ਹੈ ਤੇ ਬ੍ਰਹਮ ਦਾ ਗਿਆਨ ਵੀ ਹੈ। ਇਸ ਨੂੰ ਅਸੀਂ ਬਾਣੀ ਰਾਹੀਂ ਸਮਝਾਂਗੇ। ਕਥਤਾ ਬਖਤਾ ਸੁਨਤਾ ਸੋਈ, ਆਪ ਵਿਚਾਰੇ ਸੋ ਗਿਆਨੀ ਹੋਈ। ਹਰੇਕ ਨੂੰ ਆਪਣੇ ਬਾਰੇ ਤਾਂ ਪਤਾ ਹੈ, ਮੈਂ ਕੌਣ ਹਾਂ, ਕਿੱਥੋਂ ਆਇਆ ਹਾਂ, ਕਿੱਥੇ ਜਾਣਾ ਹੈ। ਇਹ ਗਿਆਨੀ ਦੀ ਵਿਚਾਰ ਹੈ। ਜਿਸ ਦੀ ਵਿਵੇਕ ਬੁੱਧ ਜਾਗਰਤ ਹੋ ਗਈ ਹੈ। ਸਾਨੂੰ ਆਪਣੇ ਆਪ ਦੀ ਪਛਾਣ ਨਹੀਂ ਹੈ। ਜੇ ਹੁੰਦੀ ਤੇ ਆਪਣੇ ਆਪ ਨੂੰ ਬਚਾਉਂਦੇ, ਮਾਇਆ ਵਿੱਚ ਹੋਰ ਨਹੀਂ ਫਸੀ ਜਾਣਾ ਸੀ। ਜਿਵੇਂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹਨ, ਪ੍ਰਣਵਤ ਨਾਨਕ ਗਿਆਨੀ ਕੈਸਾ ਹੋਏ, ਆਪ ਪਛਾਨੈ ਬੂਝੈ ਸੋਏ। ਗੁਰ ਪ੍ਰਸਾਦ ਕਰੇ ਵਿਚਾਰ, ਸੋ ਗਿਆਨੀ ਦਰਗਾਹ ਪਰਵਾਨ। ਜੋ ਐਸੀ ਵਿਚਾਰ ਕਰਦਾ ਹੈ, ਆਪਣੇ ਆਪ ਨੂੰ ਸਮਝਣ ਦੀ ਵਿਚਾਰ ਕਰਦਾ ਹੈ, ਉਸ ਦੀ ਕਿਰਪਾ ਨਾਲ ਸਿਮਰਨ ਕਰਦਾ ਹੈ, ਉਹ ਗਿਆਨੀ ਦਰਗਾਹ ਵਿੱਚ ਪਰਵਾਨ ਹੁੰਦਾ ਹੈ। ਸ਼ਲੋਕ ਮਹਿਲਾ 9ਵਾਂ ਵਿੱਚ ਵੀ ਆਉਂਦਾ ਹੈ, ਭੈ ਕਾਹੂ ਕੋ ਦੇਤ ਨੈ ਭੈ ਮਾਨਤ ਆਨ, ਕੋ ਨਾਨਕ ਸੁਨ ਰੇ ਮਨਾ, ਗਿਆਨੀ ਤਾਏ ਪਖਾਨ। ਗੁਰਬਾਣੀ ਕਹਿੰਦੀ ਹੈ ਪਰਮਾਤਮਾ ਦੇ ਬੇਅੰਤ ਗੁਣ ਹਨ, ਇਸੇ ਤਰ੍ਹਾਂ ਬ੍ਰਹਮ ਗਿਆਨੀ ਦੇ ਗੁਣ ਵੀ ਬੇਅੰਤ ਹਨ। ਇਸ ਲਈ ਜਦ ਅਸੀਂ ਗੁਰਬਾਣੀ ਵਿੱਚ ਗਿਆਨੀ ਦੇ ਗੁਣ ਦੇਖਦੇ ਹਾਂ ਤੇ ਵੱਖੋ ਵੱਖਰੀ ਜਗ੍ਹਾ ਤੇ ਵੱਖਰੇ ਵੱਖਰੇ ਗੁਣ ਦਿਸਦੇ ਹਨ। ਇਸ ਦਾ ਭਾਵ ਹੈ ਕਿ ਗਿਆਨੀ ਦੇ ਗੁਣ ਬਹੁਤ ਹਨ। ਕਿਤੇ ਕਿਸੇ ਗੁਣ ਦੀ ਵਿਆਖਿਆ ਹੈ। ਇੱਕ ਦੋ ਪ੍ਰਮਾਣਾਂ ਰਾਹੀਂ ਸਮਝਣ ਦਾ ਯਤਨ ਕਰਦੇ ਹਾਂ। ਗਿਆਨੀਆਂ ਕਾ ਧਨ ਨਾਮ ਹੈ, ਸਹਿਜ ਕਰੇ ਵਾਪਾਰ। ਅੰਦਿਨ ਲਾਹਾ ਹਰ ਨਾਮ ਲੈਨ ਅਖੁੱਟ ਭਰੇ ਭੰਡਾਰ। ਅਸੀਂ ਸਾਰੇ ਦੁਨਿਆਵੀ ਧਨ ਦਾ ਵਪਾਰ ਕਰਦੇ ਹਾਂ, ਪਰ ਜੋ ਗਿਆਨੀ ਹੈ ਉਹ ਨਾਮ ਧਨ ਦਾ ਵਪਾਰ ਕਰਦਾ ਹੈ। ਫਿਰ ਆਉਂਦਾ ਹੈ, ਗਿਆਨੀਆਂ ਕਾ ਇਹ ਮਹਿਤ ਹੈ, ਮਨ ਮਾਹੇ ਸਮਾਨਾ। ਹਰਜਿਓ ਕਾ ਮਹਿਲ ਪਾਇਆ, ਸਚ ਲਾਏ ਧਿਆਨਾ। ਹਰਜਿਓ ਕਾ ਮਹਿਲ ਪਾਇਆ, ਉਹੀ ਗੱਲ ਆ ਗਈ। ਗਿਆਨੀਆਂ ਦਾ ਖਾਸ ਗੁਣ ਕੀ ਹੈ? ਦੁਨੀਆ ਵਿੱਚ ਉਹਨਾਂ ਦਾ ਧਿਆਨ, ਉਹਨਾਂ ਦੀ ਸੂਰਤ ਨਹੀਂ ਹੁੰਦੀ। ਆਪਣੇ ਮਨ ਮਾਹੇ ਸਮਾਨਾ, ਆਪਣੇ ਵਿੱਚ ਲੀਨ ਰਹਿੰਦੇ ਹਨ। ਬ੍ਰਹਮ ਗਿਆਨੀ ਕਾ ਭੋਜਨ ਗਿਆਨ। ਇਹ ਕੂੜ ਦਾ ਭੋਜਨ ਨਹੀਂ ਛਕਦੇ, ਇਹਨਾਂ ਦਾ ਭੋਜਨ ਹੈ ਗਿਆਨ। ਦੁਨਿਆਵੀ ਗੱਲ ਕਰੋਗੇ ਤੇ ਚੁੱਪ ਹੋ ਜਾਣਗੇ। ਗਿਆਨੀ ਗਿਆਨ ਕਮਾਵੇ। ਭਗਤਾਂ ਕੀ ਚਾਲ ਨਿਰਾਲੀ। ਕਿਉਂ ਨਿਰਾਲੀ ਕਹਿੰਦੇ ਹਨ? ਉਹਨਾਂ ਦੇ ਸਾਰੇ ਕੰਮ ਵੱਖਰੇ ਹੀ ਹੁੰਦੇ ਨੇ। ਇਸੇ ਤਰ੍ਹਾਂ ਗਿਆਨੀ ਵੀ ਗਿਆਨ ਕਮਾਉਂਦਾ ਹੈ। ਅਸੀਂ ਧਨ ਕਮਾਉਣ ਦੀ ਕੋਸ਼ਿਸ਼ ਕਰਦੇ ਹਾਂ, ਜਾਂ ਗਿਆਨ ਦੀ ਡਿਗਰੀ ਮਿਲ ਗਈ, ਸ਼ਾਂਤ ਹੋ ਕੇ ਬਹਿ ਜਾਂਦੇ ਹਾਂ। ਗਿਆਨੀ ਆਪਣਾ ਗਿਆਨ ਵਧਾਉਂਦਾ ਹੈ। ਗਿਆਨੀ ਗਿਆਨ ਕਮਾਵੇ, ਪ੍ਰਭ ਕਿਨਹੀ ਜਾਤਾ, ਸੋ ਗਿਆਨੀ ਜਿਨ ਸ਼ਬਦ ਲਿਵਲਾਈ। ਸਾਰੇ ਗਿਆਨੀ ਦੇ ਗੁਣ ਆ ਰਹੇ ਹਨ। ਇਸ ਤਰ੍ਹਾਂ ਬਾਣੀ ਵਿੱਚ ਬਹੁਤ ਪੰਕਤੀਆਂ ਹਨ ਜਿਨ੍ਹਾਂ ਵਿੱਚ ਗਿਆਨੀ ਦੇ ਗੁਣ ਦੱਸੇ ਹਨ। ਗੁਣ ਵਿਚਾਰੇ ਗਿਆਨੀ ਸੋਏ, ਗੁਣ ਮਹਿ ਗਿਆਨ ਪ੍ਰਾਪਤ ਹੋਏ। ਗੁਣ ਦਾਤਾ ਵਿਰਲਾ ਸੰਸਾਰ, ਸਾਚੀ ਕਰਨੀ ਗੁਰ ਵਿਚਾਰ। ਜਿਹੜਾ ਪਰਮਾਤਮਾ ਦੇ ਗੁਣਾਂ ਦੀ ਵਿਚਾਰ ਕਰਦਾ ਹੈ, ਭਾਵ ਵਿਚਾਰਾਂ ਦੀ ਸਾਂਝ ਕਰਦਾ ਹੈ, ਗੁਣਮਹਿ ਗਿਆਨ
ਪ੍ਰਾਪਤ ਹੋਏ, ਫਿਰ ਉਸ ਨੂੰ ਗੁਣਾ ਦੀ ਰਾਹੀਂ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਦੁੱਖ ਸੁਖ ਇਹ ਬਾਧੇ ਜੇ ਨਾਹਿਨ ਤਹਿ ਤੁਮ ਜਾਣੋ ਗਿਆਨੀ, ਨਾਨਕ ਮੁਕਤ ਤਾਹੇ ਤੁਮ ਮਾਨੋ ਇਹ ਬਿਦ ਕੋ ਜੋ ਪ੍ਰਾਣੀ। ਬਾਕੀ ਫਿਰ ਸੁਖਮਨੀ ਸਾਹਿਬ ਵਿੱਚ ਵੀ ਬ੍ਰਹਮ ਗਿਆਨੀ ਦੇ ਗੁਣਾਂ ਬਾਰੇ ਬਹੁਤ ਕੁਝ ਦੱਸਿਆ ਹੈ। ਤੇ ਗਿਆਨੀ ਦੀ ਪਹਿਚਾਨ ਹੈ ਕਿ ਉਸਨੂੰ ਸਮ ਅਵਸਥਾ ਪ੍ਰਾਪਤ ਹੋ ਜਾਂਦੀ ਹੈ, ਉਸ ਲਈ ਸੁਖ ਦੁੱਖ ਮਾਨ ਅਪਮਾਨ ਸਭ ਇੱਕੋ ਜਿਹਾ ਹੋ ਜਾਂਦਾ ਹੈ। ਇਹ ਕੋਈ ਛੋਟੀ ਅਵਸਥਾ ਨਹੀਂ ਹੈ, ਇਸ ਤੇ ਕੋਈ ਵਿਰਲਾ ਹੀ ਪਹੁੰਚਦਾ ਹੈ। ਬਾਣੀ ਵੀ ਸਾਨੂੰ ਬਾਰ-ਬਾਰ ਪ੍ਰੇਰਣਾ ਦਿੰਦੀ ਹੈ ਕਿ ਮਨੁੱਖਾ ਜਨਮ ਮਿਲਿਆ ਹੈ ਸਾਨੂੰ ਇਸ ਅਵਸਥਾ ਦੀ ਪ੍ਰਾਪਤੀ ਲਈ, ਪਰ ਇੱਥੇ ਕੋਈ ਵਿਰਲਾ ਹੀ ਪਹੁੰਚਦਾ ਹੈ। ਜੋ ਨਰ ਦੁਖ ਮੈਂ ਦੁਖ ਨਹੀਂ ਮਾਨੈ, ਸੁਖ ਸਨੇਹ ਅਰ ਭੈ ਨਹੀਂ ਜਾਕੇ, ਕੰਚਨ ਮਾਟੀ ਮਾਨੈ। ਉਹ ਗਿਆਨੀ ਹੈ ਜਿਸਨੂੰ ਹਰੇਕ ਵਿੱਚ ਉਸ ਅਕਾਲ ਪੁਰਖ ਦੀ ਜੋਤ ਨਜ਼ਰ ਆਵੇ, ਉਹ ਗਿਆਨੀ ਹੈ। ਕਥਤਾ ਬਖਤਾ ਸੁਨਤਾ ਸੋਈ, ਆਪ ਪਛਾਨੈ ਸੋ ਗਿਆਨੀ ਹੋਏ। ਆਪਣੇ ਆਪ ਦੀ ਜਿਸਨੂੰ ਪਛਾਣ ਹੋਵੇ, ਮੈਂ ਕੀ ਚੀਜ਼ ਹਾਂ, ਮੈਂ ਪਰਮ ਜੋਤ ਦਾ ਇੱਕ ਹਿੱਸਾ ਹਾਂ। ਅਜੇ ਤੱਕ ਮੈਨੂੰ ਸਮਝ ਨਹੀਂ ਆਈ ਮੈਂ ਕਰਨ ਕੀ ਆਇਆ ਹਾਂ, ਰਹਿਣ ਲਈ ਆਇਆ ਹਾਂ, ਸੌਣ ਲਈ, ਐਸ਼ ਕਰਨ ਲਈ, ਕਿਸ ਲਈ ਆਇਆ ਹਾਂ, ਫਿਰ ਉਹ ਗਿਆਨੀ ਨਹੀਂ ਹੈ, ਭਾਵੇਂ ਜਿੰਨੀਆਂ ਮਰਜ਼ੀ ਗਿਆਨੀ ਦੀਆਂ ਡਿਗਰੀਆਂ ਲੈ ਲਵੇ। ਅਸਲ ਵਿੱਚ ਜਿਸਨੇ ਆਪਣੇ ਜੀਵਨ ਦੀ ਪਛਾਣ ਨਹੀਂ ਕੀਤੀ ਹੈ, ਉਹ ਗਿਆਨੀ ਨਹੀਂ ਹੈ। ਇਤਨੀ ਬੇਨਤੀ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੋਈਆਂ ਭੁੱਲਾਂ ਲਈ ਖਿਮਾ ਦੀ ਜਾਚਕ। ਬਹੁਤ ਬਹੁਤ ਧੰਨਵਾਦ ਭੈਣ ਮਨਿੰਦਰ ਕੌਰ ਜੀ। ਆਪ ਜੀ ਨੇ ਪੁੱਛਿਆ ਸੀ ਗਿਆਨੀ ਜੀ ਦੇ ਬਾਰੇ, ਲੇਕਿਨ ਆਪ ਜੀ ਨੇ ਬ੍ਰਹਮ ਗਿਆਨੀ ਵੀ ਦੱਸ ਦਿੱਤਾ ਨਾਲ ਹੀ, ਤੇ ਬਹੁਤ ਵਧੀਆ ਤਰੀਕੇ ਨਾਲ ਆਪ ਜੀ ਨੇ ਐਕਸਪਲੇਨ ਕੀਤਾ ਹੈ ਗਿਆਨੀ ਔਰ ਬ੍ਰਹਮ ਗਿਆਨੀ ਦੋਨਾਂ ਦੀ ਅਵਸਥਾ। ਮੈਂ ਬੇਨਤੀ ਕਰਦੇ ਹਾਂ ਕਿ ਇਹ ਐਸੇ ਅਵਸਥਾਵਾਂ ਹਨ, ਬ੍ਰਹਮ ਗਿਆਨੀ ਦੀ ਔਰ ਗਿਆਨੀ ਦੀ, ਅਸੀਂ ਗੁਰਮੁਖ ਕਹਿ ਸਕਦੇ ਹਾਂ, ਇਹ ਸਾਰੀਆਂ ਜਿਹੜੀਆਂ ਹਨ ਉਹ ਇੱਕੋ ਹੀ ਅਵਸਥਾ ਦੀਆਂ ਜਿਹੜੀਆਂ ਨਿਸ਼ਾਨੀਆਂ ਹਨ। ਤੋ ਇਹਨਾਂ ਸਾਰਿਆਂ ਨੂੰ ਬਿਆਨ ਕਰਨਾ ਤੇ ਬਹੁਤ ਮੁਸ਼ਕਲ ਹੈ, ਤੇ ਲੇਕਿਨ ਗੁਰਬਾਣੀ ਨੇ ਸਾਨੂੰ ਵੱਖ-ਵੱਖ ਉਹਨਾਂ ਦੇ ਗੁਣਾਂ ਦੇ ਬਾਰੇ ਸਾਨੂੰ ਜ਼ਰੂਰ ਦੱਸਿਆ ਹੈ ਕਿ ਗਿਆਨੀ ਕਿਸ ਤਰ੍ਹਾਂ ਦਾ ਹੁੰਦਾ ਹੈ, ਬ੍ਰਹਮ ਗਿਆਨੀ ਕਿਸ ਤਰ੍ਹਾਂ ਦਾ ਹੁੰਦਾ ਹੈ। ਔਰ ਇੱਥੋਂ ਤੱਕ ਵੀ ਦੱਸ ਦਿੱਤੀ ਗੱਲ ਸਾਨੂੰ ਕਿ ਜਿਹਨੇ ਆਪਣੇ ਆਪ ਦੀ ਪਛਾਣ ਕੀਤੀ ਹੈ ਔਰ ਫਿਰ ਉਸਨੇ ਪਰਮਾਤਮਾ ਦੀ ਵੀ ਪਛਾਣ ਕਰ ਲਈ ਹੈ, ਆਪਣੇ ਆਪ ਨੂੰ ਬੁੱਝ ਲਿਆ ਹੈ ਕਿ ਤੂੰ ਕੌਣ ਹੈ, ਕਿਸ ਵਾਸਤੇ ਸੰਸਾਰ ਵਿੱਚ ਆਇਆ ਹੈ, ਮਨ ਤੂੰ ਜੋ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਬਾਣ। ਤੋ ਇਹ ਸਾਰੀਆਂ ਅਵਸਥਾਵਾਂ ਜਿਹੜੀਆਂ ਹਨ ਉਹ ਇੱਕੋ ਜਿਹੀਆਂ ਅਵਸਥਾਵਾਂ ਹਨ। ਸਾਨੂੰ ਇਹਦੇ ਭੁਲੇਖੇ 'ਚ ਨਹੀਂ ਪੈਣਾ ਚਾਹੀਦਾ ਕਿ ਕੋਈ ਇੱਕ ਅਵਸਥਾ ਨੂੰ ਗਿਆਨੀ ਨੂੰ ਨੀਵਾਂ ਸਮਝੇ ਜਾਂ ਬ੍ਰਹਮ ਗਿਆਨੀ ਨੂੰ ਉੱਚਾ ਕਰ ਲਵੇ ਜਾਂ ਸੰਤ ਨੂੰ ਮਹੰਤ ਨੂੰ। ਤੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹਨ ਇਹ ਅਲੱਗ-ਅਲੱਗ ਜਿਹੜੇ ਤੌਰ ਦੇ ਉੱਪਰ ਸੰਤ ਵੀ ਪਦ ਜਿਹੜਾ ਹੈ, ਸਾਧ ਪਦ ਵੀ ਆਇਆ ਹੈ। ਤੋ ਇਹ ਸਾਰੇ ਪਦ ਜਿਹੜੇ ਹਨ ਉਹ ਅਵਸਥਾਵਾਂ ਹਨ ਜਿਸ ਨੇ ਗੁੜ ਪਾਇਆ ਉਹਨਾਂ ਮਿੱਠਾ ਹੈ। ਤੋ ਇੱਕ ਵਾਰੀ ਫਿਰ ਮੈਂ ਭੈਣ ਜੀ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਬੜੇ ਹੀ ਸੁਚੱਜੇ ਢੰਗ ਨਾਲ ਗੁਰਬਾਣੀ ਦੇ ਪ੍ਰਮਾਣ ਦੇ ਕਰਕੇ ਸਾਨੂੰ ਇਹ ਸਮਝਾਇਆ ਹੈ ਕਿ ਗਿਆਨੀ ਔਰ ਬ੍ਰਹਮ ਗਿਆਨੀ ਕੌਣ ਹੈ। ਤੋ ਅਗਲਾ ਸਵਾਲ ਹੈ, ਮੈਂ ਬੇਨਤੀ ਕਰਾਂਗਾ ਆਪਣੇ ਵੀਰ ਇੰਦਰਵੀਰ ਸਿੰਘ ਜੀ ਨੂੰ ਕਿ ਉਹ ਸਾਨੂੰ ਦੱਸਣ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਸ ਵੇਲੇ ਲਿਖਾਈ ਹੋਈ ਹੈ, ਉਸ ਨੂੰ ਲਿਖਿਆ ਗਿਆ ਹੈ, ਭਾਈ ਗੁਰਦਾਸ ਜੀ ਨੂੰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਹ ਸੇਵਾ ਬਖਸ਼ੀ। ਤਾਂ ਸਵਾਲਕਰਤਾ ਨੇ ਇਹ ਸਵਾਲ ਕੀਤਾ ਹੈ ਕਿ ਸੰਪਾਦਨਾ ਭਾਈ ਗੁਰਦਾਸ ਜੀ ਤੋਂ ਕਿਉਂ ਕਰਵਾਈ ਗਈ। ਸ਼ਾਇਦ ਸਵਾਲ ਲਿਖਣ ਵਿੱਚ ਥੋੜੀ ਜਿਹੀ ਗਲਤੀ ਹੈ, ਕਿਉਂਕਿ ਜੋ ਸੰਪਾਦਨਾ ਹੈ ਉਹ ਤਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪ ਕੀਤੀ ਹੈ, ਲੇਕਿਨ ਲਿਖਾਈ ਦੀ ਜਿਹੜੀ ਸੇਵਾ ਹੈ ਉਹ ਭਾਈ ਗੁਰਦਾਸ ਜੀ ਨੇ ਕੀਤੀ ਹੈ। ਔਰ ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦਮਦਮਾ ਸਾਹਿਬ ਵਾਲੀ ਭੀੜ ਲਿਖਾਈ ਹੈ ਔਰ ਭਾਈ ਮਨੀ ਸਿੰਘ ਜੀ ਨੇ ਉਸਦੀ ਲਿਖਾਈ ਦੀ ਸੇਵਾ ਕੀਤੀ ਹੈ, ਤੇ ਉਹ ਜਿਹੜੀ ਸੰਪਾਦਨਾ ਹੈ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਲੋਕ ਜਿਹੜੇ ਵੀ ਸ਼ਾਮਲ ਕੀਤੇ ਹਨ ਔਰ ਰਾਗ ਵੀ ਸ਼ਾਮਲ ਕੀਤੇ ਹਨ, ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪ ਕੀਤੇ ਹਨ ਔਰ ਲਿਖਾਈ ਜਿਹੜੀ ਆ ਭਾਈ ਮਨੀ ਸਿੰਘ ਜੀ ਨੇ ਕੀਤੀ ਹੈ। ਤਾਂ ਸ਼ਾਇਦ ਇਹ ਵੀ ਸਵਾਲ ਉਸੇ ਡਾਇਰੈਕਸ਼ਨ ਵਿੱਚ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਸ ਵੇਲੇ ਲਿਖਾਈ ਕੀਤੀ ਗਈ ਤੇ ਭਾਈ ਗੁਰਦਾਸ ਜੀ ਤੋਂ ਇਹ ਕਿਉਂ ਕਰਵਾਈ ਗਈ। ਮੈਂ ਵੀਰ ਇੰਦਰਵੀਰ ਸਿੰਘ ਜੀ ਨੂੰ ਬੇਨਤੀ ਕਰਾਂਗਾ ਕਿ ਇਸ ਬਾਰੇ ਸਾਨੂੰ ਜਾਣਕਾਰੀ ਦੇਣ ਕਿ ਇਸ ਸਵਾਲ ਦਾ ਕੀ ਜਵਾਬ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਸਤਿਕਾਰਯੋਗ ਵੀਰ ਜੀ ਨੇ ਇਸ ਸਵਾਲ ਨੂੰ ਪਹਿਲਾਂ ਕਲੀਅਰ ਕੀਤਾ ਹੈ, ਤੇ ਇਹ ਜ਼ਰੂਰੀ ਬਣਦਾ ਸੀ ਕਿ ਜਿਹੜਾ ਸਵਾਲਕਰਤਾ ਨੇ ਪੁੱਛਿਆ ਕਿ ਸੰਪਾਦਨਾ
ਕੇਵਲ ਭਾਈ ਗੁਰਦਾਸ ਜੀ ਕੋਲੋਂ ਕਿਉਂ ਕਰਵਾਈ? ਤੇ ਸਭ ਤੋਂ ਪਹਿਲਾਂ ਇਹਦਾ ਜਵਾਬ ਵੀ ਇਹੀਓ ਹੈ, ਪਹਿਲੇ ਸਪਸ਼ਟੀਕਰਨ, ਕਿ ਇਹਦੇ ਵਿੱਚ ਜਿਹੜੀ ਸ਼ਬਦਾਵਲੀ ਹੈ ਉਹ ਇਸ ਤਰ੍ਹਾਂ ਦੀ ਨਹੀਂ ਹੋਣੀ ਚਾਹੀਦੀ, ਕਿਉਂਕਿ ਸੰਪਾਦਨਾ ਦਾ ਕਾਰਜ ਜਿਹੜਾ ਹੈ ਉਹ ਕਿਸੇ ਹੋਰ ਨੇ ਨਹੀਂ ਬਲਕਿ ਧੰਨ ਸ਼੍ਰੀ ਗੁਰੂ ਅਰਜਨ ਪਾਤਸ਼ਾਹ ਜੀ ਨੇ ਆਪ ਹੀ ਕੀਤਾ ਹੈ। ਤੇ ਦੂਸਰਾ, ਜਦ ਅਸੀਂ ਕਦੀ ਵੀ ਕੋਈ ਸਵਾਲ ਕਰਦੇ ਹਾਂ ਉਸ ਬਾਰੇ ਵੀ ਸਾਨੂੰ ਸ਼ਬਦਾਵਲੀ ਵੀ ਬੜਾ ਸੁਚੇਤ ਰਹਿਣ ਦੀ ਲੋੜ ਹੁੰਦੀ ਹੈ, ਕਿਉਂਕਿ ਜਿਹੜੇ ਕਾਰਜ ਸਤਿਗੁਰੂ ਦੇ ਨਾਲ ਸੰਬੰਧਿਤ ਹਨ, ਗੁਰੂ ਸਾਹਿਬਾਨ ਦੇ ਨਾਲ ਸੰਬੰਧਿਤ ਹਨ, ਜੇ ਉਹਨਾਂ ਦੇ ਵਿੱਚ ਕਿਤੇ ਕਿਉਂ ਜਾਂ ਕਿੰਤੂ ਵਾਲੀ ਜਿਹੜੀ ਪ੍ਰਸ਼ਨ ਚਿੰਨ੍ਹ ਹੋਣਾ ਹੈ, ਇਹ ਸਾਡੇ ਸਵਾਲਾਂ ਦਾ ਹਿੱਸਾ ਨਹੀਂ ਹੋਣਾ ਚਾਹੀਦਾ, ਕਿਉਂਕਿ ਐਸੇ ਸਵਾਲ ਨੂੰ ਜਵਾਬ ਦੀ ਸਮਰੱਥਾ ਸ਼ਾਇਦ ਕਿਸੇ ਵੀ ਸਿੱਖ ਦੇ ਵਿੱਚ ਨਹੀਂ ਹੋ ਸਕਦੀ ਜੋ ਗੁਰੂ ਸਾਹਿਬ ਦੇ ਮਤਲਬ ਕੀਤੇ ਕਾਰਜ ਦੇ ਨਾਲ ਸੰਬੰਧ ਰੱਖਦਾ ਹੋ, ਕਿਉਂਕਿ ਸਿੱਖ ਦਾ ਤਾਂ ਵਿਸ਼ਵਾਸ ਹੈ ਕਿ ਗੁਰੂ ਸਰਬ ਕਲਾ ਭਰਪੂਰ ਹੁੰਦਾ ਹੈ ਤੇ ਗੁਰੂ ਕੀਆਂ ਗੁਰੂ ਹੀ ਜਾਣਦਾ ਹੈ, ਤੇ ਗੁਰੂ ਦੇ ਨਜ਼ਰ ਵਿੱਚ ਸਿੱਖ ਜਿਹੜਾ ਹੈ ਉਹਦੀ ਪਾਇਆ ਇੱਕ ਮੂਰਖ ਜਾਂ ਅਣਜਾਣ ਵਾਸਤੇ ਅਣਜਾਣ ਵਰਗੀ ਹੀ ਹੁੰਦੀ ਹੈ। ਜਿਸ ਤਰ੍ਹਾਂ ਅਸੀਂ ਗੁਰਬਾਣੀ ਪੜ੍ਹਦੇ ਹਾਂ, ਮੇਰੇ ਸਤਿਗੁਰਾ ਮੈਂ ਤੁਝ ਬਿਨ ਅਵਰ ਨ ਕੋਏ, ਹਮ ਮੂਰਖ ਮੁਗਧ ਸ਼ਰਨਾਗਤੀ ਕਰ ਕਿਰਪਾ ਮੇਲੇ ਹਰ ਸੋਏ। ਤੇ ਗੁਰੂ ਤੇ ਕਰਤਾਰ ਹੈ, ਗੁਰੂ ਰੱਬ ਆਪ ਹੈ, ਤੇ ਗੁਰੂ ਦੇ ਬਾਰੇ ਵਿੱਚ ਤੇ ਗੁਰਬਾਣੀ ਕਹਿੰਦੀ ਹੈ, ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਸੋ ਗਲਤੀਆਂ ਤੇ ਮਨੁੱਖ ਦੇ ਹਿੱਸੇ ਵਿੱਚ ਹਨ, ਪਰ ਗੁਰੂ ਦੇ ਹਿੱਸੇ ਵਿੱਚ ਕੋਈ ਐਸੀ ਗੱਲ ਨਹੀਂ ਕਰ ਸਕਦੇ। ਇਸੇ ਤਰ੍ਹਾਂ ਦੀ ਸਮਰੱਥਾ ਜਿਹੜੀ ਹੈ ਉਹ ਸਾਰੀ ਗੁਰੂ ਦੇ ਕੋਲ ਹੁੰਦੀ ਹੈ, ਤੇ ਸਾਡੀ ਮਤ ਗੁਰੂ ਦੇ ਮਤ ਨੂੰ ਬਿਆਨ ਨਹੀਂ ਕਰ ਸਕਦੀ। ਤੂੰ ਸਮਰੱਥ ਵੱਡਾ, ਮੇਰੀ ਮਤ ਥੋੜੀ ਰਾਮ। ਸੋ ਹੁਣ ਗੁਰੂ ਅਰਜਨ ਪਾਤਸ਼ਾਹ ਜੀ ਨੇ ਭਾਈ ਗੁਰਦਾਸ ਜੀ ਤੇ ਬਖਸ਼ਿਸ਼ ਕੀਤੀ ਕਿ ਉਹਨਾਂ ਕੋਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਤੋਂ ਬਾਅਦ ਲਿਖਾਈ ਦਾ ਜਿਹੜਾ ਕਾਰਜ ਸੀ ਉਹ ਉਹਨਾਂ ਨੂੰ ਬਖਸ਼ਿਆ। ਸੋ ਇਸ ਵਾਸਤੇ ਵੀ ਸਾਨੂੰ ਭਾਈ ਗੁਰਦਾਸ ਜੀ ਵਰਗੇ ਇੱਕ ਮਹਾਨ ਗੁਰਸਿੱਖ ਜਿਨ੍ਹਾਂ ਨੂੰ ਇਹ ਬਖਸ਼ਿਸ਼ ਪ੍ਰਾਪਤ ਹੋਈ ਹੈ, ਉਹਨਾਂ ਦੇ ਜੀਵਨ ਦੇ ਬਾਰੇ ਜਾਣਨ ਲਈ ਹਰ ਸਿੱਖ ਦੀ ਜਗਿਆਸਾ ਹੋਣੀ ਚਾਹੀਦੀ ਹੈ, ਤੇ ਹਰ ਸਿੱਖ ਨੂੰ ਉਹਨਾਂ ਦੇ ਜੀਵਨ ਦੇ ਬਾਰੇ ਥੋੜੀ ਨੌਲੇਜ ਹੋਣੀ ਚਾਹੀਦੀ ਹੈ। ਸੋ ਇਸ ਸੰਦਰਭ ਵਿੱਚ ਦਾਸ ਇਸ ਪਾਠ ਦਾ ਜਿਹੜਾ ਜਵਾਬ ਹੈ ਆਪ ਜੀ ਦੇ ਸਾਹਮਣੇ ਰੱਖੇਗਾ ਕਿ ਭਾਈ ਗੁਰਦਾਸ ਜੀ ਦੀ ਥੋੜੀ ਸ਼ਖਸੀਅਤ ਜਿਹੜੀ ਹੈ ਉਸ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕਰਾਂਗੇ। ਸੋ ਭਾਈ ਗੁਰਦਾਸ ਜੀ ਜਿਹੜੇ ਕਿ ਗੁਰੂ ਅਮਰਦਾਸ ਪਾਤਸ਼ਾਹ ਦੇ ਰਿਸ਼ਤੇ ਵਿੱਚ ਭਤੀਜੇ ਵੀ ਲੱਗਦੇ ਸਨ, ਤੇ ਬਚਪਨ ਵਿੱਚ ਹੀ ਇਹਨਾਂ ਦੇ ਮਾਤਾ ਪਿਤਾ ਜਦ ਚੜ੍ਹਾਈ ਕਰ ਗਏ ਤੇ ਇਹ ਆਪ ਗੁਰੂ ਸਾਹਿਬ ਦੇ ਵਰਸਾਏ ਨਗਰ ਦੇ ਵਿੱਚ ਗੋਇੰਦਵਾਲ ਸਾਹਿਬ ਵਿੱਚ ਰਹਿਣ ਚਲੇ ਗਏ ਆਪਣੇ ਪਰਿਵਾਰ ਦੇ ਨਾਲ। ਤੇ ਅਸੀਂ ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਭਾਈ ਗੁਰਦਾਸ ਜੀ ਦੀ ਜਿਹੜੀ ਮੁੱਢਲੀ ਸਿੱਖਿਆ ਸੀ, ਜਿਹੜੀ ਮੁੱਢਲੀ ਵਿਦਿਆ ਸੀ, ਉਹ ਗੁਰੂ ਅਮਰਦਾਸ ਜੀ ਦੀ ਨਿਗਰਾਨੀ ਦੇ ਵਿੱਚ ਹੀ ਹੋਈ, ਉਹਨਾਂ ਦੀ ਪਾਲਣਾ ਪੋਸ਼ਣਾ, ਤੇ ਇਸ ਤਰ੍ਹਾਂ ਦੀ ਉਹਨਾਂ ਨੂੰ ਇੱਕ ਸਤਸੰਗ ਦਾ ਵਾਯੂਮੰਡਲ ਜਿਹੜਾ ਸੀ ਉਹ ਬਚਪਨ ਤੋਂ ਹੀ ਮਿਲ ਗਿਆ। ਇਸ ਤੋਂ ਬਾਅਦ ਗੁਰੂ ਸਾਹਿਬ ਨੇ ਜਿਹੜੀ ਪੜ੍ਹਾਈ ਕੀਤੀ ਉਸ ਵਿੱਚ ਵੀ ਉਹਨਾਂ ਨੇ ਕਈ ਜ਼ੁਬਾਨ ਦੀ ਉਹ ਮਾਹਿਰਤਾ ਰੱਖਦੇ ਸਨ, ਜਿਸ ਵਿੱਚ ਸੰਸਕ੍ਰਿਤ, ਹਿੰਦੀ, ਫਾਰਸੀ, ਪੰਜਾਬੀ ਤੇ ਬ੍ਰਿਜ ਭਾਸ਼ਾ, ਇਹਨਾਂ ਸਾਰੀਆਂ ਹੀ ਪੁਸਤਕਾਂ ਨਾਲ ਉਹਨਾਂ ਨੂੰ ਗਿਆਨ ਸੀ। ਤੇ ਜਿਹੜੇ ਵੀ ਧਾਰਮਿਕ ਗ੍ਰੰਥ ਉਸ ਸਮੇਂ ਦੇ ਸਨ, ਉਪਨਿਸ਼ਦ ਸਨ ਜਾਂ ਸ਼ਾਸਤਰ ਸਨ, ਪੁਰਾਣ ਸਨ, ਉਹਨਾਂ ਦੀ ਵੀ ਭਾਈ ਸਾਹਿਬ ਜੀ ਚੰਗੀ ਮਹਾਰਤ ਰੱਖਦੇ ਸਨ। ਤੇ ਗੁਰੂ ਸਾਹਿਬ ਗੁਰੂ ਅਮਰਦਾਸ ਜੀ ਪਾਤਸ਼ਾਹ ਨੇ ਜਦ ਭਾਈ ਸਾਹਿਬ ਜੀ ਵਿਵੇਕ ਬੁੱਧੀ, ਇਹਨਾਂ ਦੀ ਲਗਨ, ਇਹਨਾਂ ਦੀਆਂ ਗੁਣਾਂ ਨੂੰ ਵਾਚਿਆ ਤੇ ਇਹਨਾਂ ਨੂੰ ਧਰਮ ਪ੍ਰਚਾਰ ਦੀ ਸੇਵਾ ਦੇ ਵੱਲ ਲਾ ਲਿਆ। ਤੇ ਭਾਈ ਗੁਰਦਾਸ ਜੀ ਨੂੰ ਉਸ ਸਮੇਂ ਚੰਬਾ ਤੇ ਜੰਮੂ ਦੇ ਇਲਾਕਿਆਂ ਦੇ ਵਿੱਚ ਪ੍ਰਚਾਰ ਲਈ ਭੇਜਿਆ ਗਿਆ। ਤੇ ਜਦ ਗੁਰੂ ਸਾਹਿਬ ਹਾਲੀ ਪ੍ਰਚਾਰ ਦੇ ਦੌਰ ਵਿੱਚ ਬਾਹਰ ਹੀ ਸਨ, ਤੇ ਇਸੇ ਦੌਰਾਨ ਗੁਰੂ ਅਮਰਦਾਸ ਜੀ ਜੋਤੀ ਜੋਤ ਸਮਾ ਗਏ ਤੇ ਗੁਰੂ ਸਾਹਿਬ ਜੀ ਆ ਕੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਸ਼ਰਨ ਦੇ ਵਿੱਚ ਆ ਗਏ। ਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਵੀ ਜਦ ਭਾਈ ਗੁਰਦਾਸ ਜੀ ਦੀ ਤੀਵਰ ਲਗਨ, ਇਹਨਾਂ ਦੀ ਗੁਰੂ ਪ੍ਰਤੀ ਸ਼ਰਧਾ ਅਤੇ ਇਹਨਾਂ ਦੇ ਜਜ਼ਬਾਤ ਨੂੰ, ਇਹਨਾਂ ਦੀ ਗੁਰਬਾਣੀ ਦੀ ਲਗਨ ਨੂੰ ਵੇਖਿਆ ਤੇ ਇਹਨਾਂ ਨੂੰ ਪ੍ਰਚਾਰਕ ਦੀ ਸੇਵਾਵਾਂ ਲਈ ਹੋਰ ਦੂਰ ਦੇ ਇਲਾਕਿਆਂ ਵਿੱਚ ਭੇਜਣ ਦਾ ਫੈਸਲਾ ਕਰਤਾ। ਤੇ ਗੁਰੂ ਸਾਹਿਬ ਜੀ ਨੂੰ ਆਗਰਾ ਤੇ ਪੂਰਬ ਦੇ ਇਲਾਕਿਆਂ ਦੇ ਵਿੱਚ ਧਰਮ ਪ੍ਰਚਾਰ ਲਈ ਭੇਜਿਆ। ਤੇ ਭਾਈ ਗੁਰਦਾਸ ਜੀ ਨੇ ਬੜੇ ਹੀ ਲਗਨ ਦੇ ਨਾਲ, ਬੜੀ ਵਿਦਿਅਤਾ ਦੇ ਨਾਲ ਆਪਣਾ ਫਰਜ਼ ਜਿਹੜਾ ਸੀ ਨਿਭਾਇਆ। ਤੇ ਆਪ ਜੀ ਇਸ ਦੌਰਾਨ ਬੁਰਹਾਨਪੁਰ, ਲਖਨਊ ਤੇ ਰਾਜਸਥਾਨ ਦੇ ਇਲਾਕਿਆਂ ਦੇ ਵਿੱਚ ਧਰਮ ਪ੍ਰਚਾਰ ਲਈ ਚਲੇ ਗਏ ਤੇ ਉਹਨਾਂ ਨੇ ਆਪਣਾ ਫਰਜ਼ ਨਿਭਾਉਂਦੇ ਰਹੇ। ਤੇ ਇਤਿਹਾਸ ਲਿਖਦਾ ਕਿ ਗੁਰੂ ਸਾਹਿਬ ਹਾਲੀ ਭਾਈ ਗੁਰਦਾਸ ਜੀ ਆਗਰੇ ਵਿੱਚ ਹੀ ਸਨ ਕਿ ਗੁਰੂ ਰਾਮਦਾਸ ਪਾਤਸ਼ਾਹ ਜੀ ਜੋਤੀ ਜੋਤ ਸਮਾ ਗਏ। ਤੇ ਜਿੱਥੇ ਭਾਈ ਗੁਰਦਾਸ ਜੀ ਨੂੰ ਜਦ ਇਹ ਖਬਰ ਪ੍ਰਾਪਤ ਹੋਈ ਤੇ ਉਹਨਾਂ ਨੂੰ ਵਾਪਸ ਪਰਤਣਾ ਪਿਆ ਤੇ ਆਪ ਗੁਰੂ ਅਰਜਨ ਪਾਤਸ਼ਾਹ ਦੀ ਸ਼ਰਨ ਦੇ ਵਿੱਚ ਸ੍ਰੀ ਅੰਮ੍ਰਿਤਸਰ ਆ ਗਏ। ਤੇ ਅੰਮ੍ਰਿਤਸਰ ਵਿੱਚ ਆਪ ਜੀ ਨੇ ਇੱਥੇ ਇੱਕ ਹੋਰ ਹੀ ਉਸ ਵਕਤ ਦਸ਼ਾ ਵੇਖੀ, ਕਿਉਂਕਿ ਉਹਨਾਂ ਦੇ ਵੱਡੇ ਭਰਾ ਪ੍ਰਿਥੀ ਚੰਦ ਜੀ ਜਿਹੜੇ ਸਨ ਗੁਰੂ ਰਾਮਦਾਸ ਸਾਹਿਬ ਦੇ ਗੁਰੂ ਅਰਜਨ ਪਾਤਸ਼ਾਹ ਦੇ ਵੱਡੇ ਭਰਾ, ਉਹ ਤੇ ਉਸ ਵਕਤ ਗੁਰੂ ਧਰੋਹ ਕੁਮਾਰੇ ਸਨ ਤੇ ਗੁਰੂ ਘਰ ਦੇ ਵੈਰੀ ਬਣ ਚੁੱਕੇ ਸਨ। ਜੋ ਵੀ ਚੜਾਵਾ ਸੀ, ਜੋ ਵੀ ਆਮਦਨ ਗੁਰੂ ਘਰ ਦੀ ਸੀ, ਉਹ ਬੜੇ ਚਲਾਕੀ ਦੇ ਨਾਲ ਆਪਣੇ ਵੱਲ ਲਿਜਾ ਰਹੇ ਸਨ। ਤੇ ਇਸ ਤਰ੍ਹਾਂ ਦੀ ਬੜਾ ਇੱਕ ਸੰਕਟ ਜਿਹੜਾ ਸਿਚੁਏਸ਼ਨ ਜਿਹੜੀ ਸੀ ਉਸ ਵਕਤ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਵਾਪਰੀ ਹੋਈ ਸੀ। ਪਰ ਭਾਈ ਗੁਰਦਾਸ ਜੀ ਨੇ ਉਸ ਵਕਤ ਬੜੀ ਹੀ ਦੂਰ ਦ੍ਰਿਸ਼ਟੀ ਦੇ ਨਾਲ ਉਸ ਸਮੇਂ ਇਹ ਸਾਰਾ ਕਾਰਜ ਆਪਣੇ ਹੱਥ ਵਿੱਚ ਲੈ ਲਿਆ
ਤੇ ਉਸ ਸਮੇਂ ਦੇ ਜਿਹੜੇ ਮੋਢੀ ਸਿੱਖ ਸਨ, ਜਿਨ੍ਹਾਂ ਵਿੱਚ ਬਾਬਾ ਬੁੱਢਾ ਜੀ ਸਨ, ਭਾਈ ਸਾਲੋ ਜੀ ਸਨ, ਭਾਈ ਪਹਿਲਾ ਜੀ ਸਨ, ਉਹਨਾਂ ਦੇ ਨਾਲ ਸਲਾਹ ਮਸ਼ਵਰਾ ਕਰਕੇ ਉਹਨਾਂ ਨੂੰ ਅੰਮ੍ਰਿਤਸਰ ਆਉਣ ਵਾਲੇ ਰਸਤਿਆਂ ਤੇ ਦੂਰ ਦੂਰ ਤੱਕ ਤਾਇਨਾਤ ਕਰ ਦਿੱਤਾ, ਤਾਂ ਕਿ ਜਿਹੜੀਆਂ ਸੰਗਤਾਂ ਉੱਥੇ ਆਉਂਦੀਆਂ ਨੇ ਅੰਮ੍ਰਿਤਸਰ ਦੇ ਵੱਲ, ਉਹਨਾਂ ਨੂੰ ਪ੍ਰਿਥੀ ਚੰਦ ਦੀਆਂ ਸਾਜ਼ਿਸ਼ਾਂ ਦੇ ਬਾਰੇ ਵਿੱਚ, ਪ੍ਰਿਥੀ ਚੰਦ ਦੇ ਜਿਤਨੇ ਵੀ ਗੁਰੂ ਘਰ ਦੇ ਪ੍ਰਤੀ ਵੈਰ ਵਿਰੋਧ ਸਨ, ਉਹਨਾਂ ਤੋਂ ਜਾਗਰੂਕ ਕਰਵਾਇਆ ਜਾਵੇ। ਤੇ ਭਾਈ ਗੁਰਦਾਸ ਜੀ ਨੇ ਆਪ ਇਹ ਸੇਵਾ ਜਿਹੜੀ ਸੀ ਸੰਗਤਾਂ ਦੇ ਵਿੱਚੋਂ ਇਸ ਜਿਹੜੇ ਪ੍ਰਿਥੀ ਚੰਦ ਦੀ ਖੋਟ ਸੀ ਉਸਨੂੰ ਕੱਢਣ ਦੇ ਵਾਸਤੇ ਆਪ ਪਿਪਲੀ ਸਾਹਿਬ ਵਾਲੀ ਥਾਂ ਤੇ ਬੈਠ ਗਏ ਤੇ ਸੰਗਤਾਂ ਦੇ ਵਿੱਚ ਇਹ ਪ੍ਰਚਾਰ ਕਰਦੇ ਰਹੇ। ਇਸ ਤਰ੍ਹਾਂ ਇੱਕ ਬੜੀ ਸੁਚੱਜੇ ਢੰਗ ਦੇ ਨਾਲ ਉਸ ਸਮੇਂ ਭਾਈ ਗੁਰਦਾਸ ਜੀ ਨੇ ਇਹ ਸਾਰਾ ਕਾਰਜ ਸੰਭਾਲ ਕੇ ਪ੍ਰਿਥੀ ਚੰਦ ਦੀ ਜਿਹੜੀ ਸਾਜ਼ਿਸ਼ਾਂ ਤੋਂ ਗੁਰੂ ਘਰ ਨੂੰ ਮੁਕਤ ਕਰਵਾਇਆ ਸੀ। ਤੇ ਭਾਈ ਗੁਰਦਾਸ ਜੀ ਜਿੱਥੇ ਇਤਨੇ ਇੱਕ ਵਿਦਵਾਨ ਸਨ, ਇਤਨੇ ਪ੍ਰਚਾਰਕ ਸਨ, ਉਹਨਾਂ ਦੇ ਨਾਲ ਨਾਲ ਉਹਨਾਂ ਦੇ ਵਿੱਚ ਹੋਰ ਗੁਣ ਸੀ ਜੋ ਉਹਨਾਂ ਦਾ ਜਮਾਂਦਰੂ ਸੀ, ਉਹ ਸੀ ਲਿਖਾਰੀ ਹੋਣ ਦਾ, ਤੇ ਉਹ ਸੀ ਉਹਨਾਂ ਦੀ ਰਚਨਾਵਾਂ ਲਿਖਣ ਦਾ ਭਾਵ। ਇੱਕ ਕਵੀ ਸਨ ਤੇ ਉਹਨਾਂ ਦੀਆਂ ਰਚਨਾਵਾਂ ਤੋਂ ਜਿਹੜੀਆਂ ਉਹਨਾਂ ਨੇ ਵਾਰਾਂ ਲਿਖੀਆਂ ਨੇ, ਕਵਿਤ ਲਿਖੇ ਨੇ, ਤੇ ਸਿੱਧ ਹੁੰਦਾ ਕਿ ਭਾਈ ਗੁਰਦਾਸ ਜੀ ਇੱਕ ਬਹੁਤ ਹੀ ਡੂੰਘਾ ਗਿਆਨ ਰੱਖਦੇ ਸਨ, ਭਾਵੇਂ ਇਖਲਾਕੀ ਇਲਮ ਹੋਵੇ, ਇਤਿਹਾਸ ਹੋਵੇ, ਭੂਗੋਲ ਹੋਵੇ ਜਾਂ ਮਨੋਵਿਗਿਆਨ ਹੋਵੇ, ਹਰ ਇੱਕ ਦੀ ਬਾਰੀਕੀਆਂ ਨੂੰ ਸਮਝਦੇ। ਉਹਨਾਂ ਦੇ ਕਾਵ ਦੀ ਲਿਖਣ ਸ਼ੈਲੀ ਦੇ ਵਿੱਚ ਹਰ ਢੰਗ ਜਿਹੜਾ ਕਾਵ ਦਾ ਹੁੰਦਾ ਹੈ ਉਹ ਵੀ ਉਹਨਾਂ ਦੇ ਵਿੱਚ ਮਤਲਬ ਬਰੀਕ ਤੌਰ ਤੇ ਉਹ ਜਾਣਦੇ ਸਨ। ਜਿਸ ਤਰੀਕੇ ਦੇ ਨਾਲ ਭਾਈ ਗੁਰਦਾਸ ਜੀ ਦੀ ਪਹਿਲੀ ਵਾਰ ਆਮ ਤੌਰ ਤੇ ਗੁਰਦੁਆਰਾ ਸਾਹਿਬਾਨ ਵਿੱਚ ਪੜ੍ਹੀ ਜਾਂਦੀ ਹੈ, ਤੇ ਗੁਰੂ ਨਾਨਕ ਸਾਹਿਬ ਦੀ ਜੀਵਨ ਨੂੰ, ਉਹਨਾਂ ਦੀਆਂ ਦੇਣਾਂ ਨੂੰ ਉਹਨਾਂ ਨੇ ਇੱਕ ਵਿਸ਼ਵ ਪੱਧਰ ਤੇ ਜਿਹੜੀ ਇਹ ਵਾਰ ਪ੍ਰਚਲਿਤ ਹੋਈ, ਤੇ ਐਸੀ ਕਾਵ ਦੀ ਜਿਹੜੀ ਰਚਨਾ ਹੈ ਇਹ ਸ਼ਾਇਦ ਹੀ ਇਸਦਾ ਕੋਈ ਕੰਪੈਰੀਜ਼ਨ ਜਿਹੜਾ ਹੈ ਉਹ ਦੁਨੀਆ ਦੇ ਵਿੱਚ ਵੇਖਣ ਨੂੰ ਮਿਲਿਆ। ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ। ਇਸੇ ਤਰ੍ਹਾਂ ਦੀ ਭਾਈ ਗੁਰਦਾਸ ਜੀ ਦੀ ਲਿਖਣ ਸ਼ੈਲੀ ਦੇ ਵਿੱਚ ਜੋ ਪ੍ਰਮਾਣ ਉਹ ਵਰਤਦੇ ਸਨ, ਜੋ ਭਾਈ ਸਾਹਿਬ ਜੀ ਰੂਪਕ ਵਰਤਦੇ ਸਨ, ਜੋ ਦ੍ਰਿਸ਼ਟਾਂਤ ਦਿੰਦੇ ਸਨ, ਉਹ ਦ੍ਰਿਸ਼ਟਾਂਤ ਵੀ ਬੜੇ ਕਮਾਲ ਦੇ ਹੁੰਦੇ ਸਨ ਕਿ ਲੱਗਦਾ ਸੀ ਕਿ ਵਾਕਈ ਕੋਈ ਡੀਪ ਨੌਲੇਜ ਦੇ ਨਾਲ ਜਿਹੜਾ ਹੈ ਉਹ ਆਪਣਾ ਗਿਆਨ ਜਿਹੜਾ ਉਹ ਵੰਡ ਰਹੇ ਹਨ। ਜਿਵੇਂ ਭਾਈ ਸਾਹਿਬ ਜੀ ਅਗਰ ਕਿਸੇ ਨੂੰ ਬੜੇ ਵੀ ਰਸ ਦੇ ਨਾਲ ਕਿਸੇ ਦੇ ਵਿਰੋਧੀ ਨੂੰ ਉਹ ਤਾੜਨਾ ਕਰਦੇ ਸਨ, ਕੁੱਤਾ ਰਾਜ ਬਹਾਲੀ ਹੈ, ਫਿਰ ਚੱਕੀ ਚੱਟਾ, ਸੱਪੈ ਦੁੱਧ ਪਿਆਈ ਹੈ, ਵਿਉ ਮੁੱਖੋਂ ਸੱਟੇ। ਸੋ ਐਸੀਆਂ ਰਚਨਾਵਾਂ ਤੇ ਦ੍ਰਿਸ਼ਟਾਂਤ ਤੋਂ ਸਿੱਧ ਕਰਦੀਆਂ ਹਨ ਕਿ ਭਾਈ ਸਾਹਿਬ ਜੀ ਕਮਾਲ ਦੇ ਕਵੀ ਸਨ, ਲਿਖਾਰੀ ਸਨ ਤੇ ਵਿਦਵਾਨ ਸਨ। ਹੁਣ ਗੁਰੂ ਅਰਜਨ ਪਾਤਸ਼ਾਹ ਦੇ ਸਮੇਂ ਜਦ ਗੁਰੂ ਸਾਹਿਬ ਜੀ ਦੇ ਕੋਲ ਬਾਣੀ ਦਾ ਖਜ਼ਾਨਾ ਪ੍ਰਾਪਤ ਹੋ ਚੁੱਕਾ ਸੀ, ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਗੁਰੂ ਅੰਗਦ ਸਾਹਿਬ ਦੇ ਨਾਲ ਫਿਰ ਗੁਰੂ ਅਮਰਦਾਸ ਜੀ ਤੇ ਆਪ ਗੁਰੂ ਰਾਮਦਾਸ ਜੀ ਬਹੁਤ ਬੜੇ ਗੁਰਬਾਣੀ ਦੇ ਖਜ਼ਾਨੇ ਸਨ। ਉਹਨਾਂ ਨੇ ਬਹੁਤ ਜ਼ਿਆਦਾ ਗੁਰਬਾਣੀ ਜਿਹੜੀ ਆਪ ਵੀ ਰਚੀ ਸੀ, ਜਿਸ ਵਿੱਚ ਕਈ ਵੱਡੀਆਂ ਆਕਾਰ ਦੀਆਂ ਬਾਣੀਆਂ ਸੁਖਮਨੀ ਸਾਹਿਬ ਅਸੀਂ ਦੇਖਦੇ ਹਾਂ ਉਹਨਾਂ ਨੇ ਰਚੀ ਹੈ। ਤੇ ਪੂਰੇ 30 ਰਾਗਾਂ ਦੇ ਵਿੱਚ ਜਿਹੜਾ ਇੱਕ ਬਹੁਤ ਵੱਡਾ ਇਕੱਠ ਗੁਰੂ ਸਾਹਿਬ ਦੇ ਕੋਲ ਬਾਣੀ ਦਾ ਖਜ਼ਾਨਾ ਸੀ। ਗੁਰੂ ਸਾਹਿਬ ਇਹ ਚਾਹੁੰਦੇ ਸਨ ਕਿ ਇਸ ਨੂੰ ਹੁਣ ਇੱਕ ਗ੍ਰੰਥ ਦਾ ਰੂਪ ਦਿੱਤਾ ਜਾਵੇ, ਇਹ ਪੂਰੀ ਬਾਣੀ ਇਕੱਠ ਕੀਤੀ ਜਾਵੇ। ਤੇ ਉਸ ਵਾਸਤੇ ਸੰਪਾਦਨਾ ਗੁਰੂ ਸਾਹਿਬ ਜੀ ਨੇ ਕੀਤੀ। ਸੰਪਾਦਨਾ ਬੜੀ ਕਮਾਲ ਦੀ ਸੀ। 30 ਰਾਗਾਂ ਦੇ ਵਿੱਚ ਸਾਰੇ ਸ਼ਬਦਾਂ ਨੂੰ, ਭਾਵੇਂ ਭਗਤ ਸਾਹਿਬਾਨ ਦੀ ਬਾਣੀ ਸੀ, ਭੱਟਾਂ ਦੀ ਬਾਣੀ ਸੀ, 3 ਗੁਰਸਿੱਖਾਂ ਦੀ ਬਾਣੀ ਸੀ, ਸ਼ਬਦ ਅਸ਼ਟਪਦੀਆਂ ਦੇ ਰੂਪ ਵਿੱਚ, ਸ਼ਲੋਕਾਂ ਦੇ ਰੂਪ ਵਿੱਚ, ਸਾਰਿਆਂ ਨੂੰ ਬੜੇ ਡੀਪ ਰੂਟਡ ਫਿਲਾਸਫੀ ਦੇ ਨਾਲ ਗੁਰੂ ਸਾਹਿਬ ਜੀ ਨੇ ਬੰਨਿਆ। ਤੇ ਉਸ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਜਿਹੜੇ ਸ਼ਲੋਕ ਸਨ ਉਹਨਾਂ ਨੂੰ ਵਾਰਾਂ ਦੇ ਵਿੱਚ ਐਡਜਸਟ ਕੀਤਾ। ਜਿਹੜੇ ਵਾਧੂ ਸ਼ਲੋਕ ਸਨ ਉਹਨਾਂ ਨੂੰ ਇੱਕ ਹੋਰ ਟਾਪਿਕ ਦੇ ਵਿੱਚ, ਜਿਸ ਨੂੰ ਅਸੀਂ ਕਹਿੰਦੇ ਹਾਂ ਸ਼ਲੋਕ ਵਾਰਾਂ ਦੇ ਵਧੀਕ, ਉਹਨਾਂ ਦੇ ਵਿੱਚ ਸਾਰਿਆਂ ਨੂੰ ਸੰਪਾਦਿਤ ਕਰਕੇ ਉਸ ਤੋਂ ਬਾਅਦ ਜਿਹੜਾ ਕਾਰਜ ਬਣਦਾ ਸੀ ਉਹ ਸੀ ਗੁਰੂ ਗ੍ਰੰਥ ਸਾਹਿਬ ਜੀ ਦੀ ਲਿਖਾਈ ਦਾ। ਸੋ ਇਸ ਵਾਸਤੇ ਗੁਰੂ ਸਾਹਿਬ ਜੀ ਦੇ ਕੋਲ ਜਿਹੜੇ ਉਸ ਵਕਤ ਸਿੱਖ ਸਨ ਭਾਈ ਤੇ ਆਪ ਟੁੱਟੇ ਹਨ ਭਾਈ ਗੁਰਦਾਸ ਜੀ ਤੇ ਉਹਨਾਂ ਨੂੰ ਇਹ ਹੁਕਮ ਦਿੱਤਾ ਗੁਰੂ ਸਾਹਿਬ ਜੀ ਨੇ ਕਿ ਇਹ ਲਿਖਾਈ ਦੀ ਸੇਵਾ ਜਿਹੜੀ ਹੈ ਇਹ ਆਪ ਜੀਆਂ ਨੇ ਕਰਨੀ ਹੈ। ਤੇ ਇਸ ਕਾਰਜ ਦੇ ਵਾਸਤੇ ਉਹਨਾਂ ਨੂੰ ਰਾਮਸਰ ਦੇ ਕੰਢੇ ਤੇ ਕਮਰਾ ਬਣਾ ਕੇ ਦਿੱਤਾ, ਜਿੱਥੇ ਭਾਈ ਸਾਹਿਬ ਜੀ ਨੇ ਬੈਠ ਕੇ ਬੜੀ ਹੀ ਮਿਹਨਤ ਦੇ ਨਾਲ, ਬੜੀ ਹੀ ਸਿਦਕ ਦਿਲੀ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਇਹ ਬੀੜ ਦਾ ਜਿਹੜਾ ਲਿਖਤੀ ਰੂਪ ਸੀ ਇਹ ਤਿਆਰ ਕੀਤਾ। ਤੇ ਤਕਰੀਬਨ ਕਹਿੰਦੇ ਨੇ ਕਿ ਪੌਸ ਦੀ ਇੱਕ ਸੁਧੀ ਨੂੰ ਸਨ 1604 ਤੇ ਸੰਮਤ 1661 ਭਾਦਰੋਂ ਸੁਦੀ ਪਹਿਲੀ ਨੂੰ ਇਹ ਜਿਹੜਾ ਸਰੂਪ ਸੀ ਤਿਆਰ ਹੋ ਗਿਆ ਬੀੜ ਦਾ। ਤੇ ਆਦ ਬੀੜ ਦੇ ਰੂਪ ਵਿੱਚ ਇਹਦਾ ਪ੍ਰਕਾਸ਼ ਜਿਹੜਾ ਸੀ ਉਹ ਦਰਬਾਰ ਸਾਹਿਬ ਵਿਖੇ ਕੀਤਾ ਗਿਆ। ਇਹ ਦਰਬਾਰ ਸਾਹਿਬ ਵਿੱਚ ਪਹਿਲਾ ਪਾਠ ਕਰਨ ਦੀ ਜਿਹੜੀ ਸੇਵਾ ਸੀ, ਜਿਸ ਨੂੰ ਅਸੀਂ ਗ੍ਰੰਥੀ ਕਹਿੰਦੇ ਹਾਂ, ਪਹਿਲਾ ਗ੍ਰੰਥੀ, ਤੇ ਉਹ ਸੇਵਾ ਜਿਹੜੀ ਪ੍ਰਾਪਤ ਹੋਈ ਸੀ ਉਹ ਬਾਬਾ ਬੁੱਢਾ ਜੀ ਨੂੰ ਪ੍ਰਾਪਤ ਹੋਈ। ਤੇ ਇਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਇਹ ਸੇਵਾ ਜਿਹੜੀ ਸੀ ਇਹ ਭਾਈ ਗੁਰਦਾਸ ਜੀ ਤੋਂ ਲਈ। ਤੇ ਜਿਸ ਤਰ੍ਹਾਂ ਦੀ ਅਸੀਂ ਕਹਿੰਦੇ ਕਿ ਪਹਿਲੀ ਵਾਰ ਫਿਰ ਇਹ ਤੇ ਆਦ ਬੀੜ ਦੀ ਲਿਖਾਈ ਸੀ, ਤੇ ਦੂਸਰੀ ਵਾਰ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਲਿਖਾਈ ਹੋਈ ਹੈ, ਜੋ ਵੀਰ ਜੀ ਨੇ ਸ਼ੁਰੂ ਵਿੱਚ ਵੀ ਆਪ ਜੀ ਨੂੰ ਦੱਸ ਦਿੱਤਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿਹੜੀ ਸੰਪਾਦਨਾ ਗੁਰੂ ਅਰਜਨ ਸਾਹਿਬ ਨੇ ਕੀਤੀ ਸੀ, ਇਹਦੇ ਵਿੱਚ ਪਹਿਲੇ ਜਿਹੜੇ ਗੁਰੂ ਸਾਹਿਬਾਨ ਸਨ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਅਰਜਨ ਸਾਹਿਬ ਤੱਕ ਉਹਨਾਂ ਦੀ ਬਾਣੀ ਸੀ।
ਤੇ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜੀ ਸੰਪਾਦਨਾ ਉਸ ਵਕਤ ਕੀਤੀ, ਉਸ ਵਿੱਚ ਐਡੀਸ਼ਨ ਕੀਤੀ ਗਈ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦੀ, ਤੇ ਉਹ ਆਪ ਐਡੀਸ਼ਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪ ਕੀਤੀ। ਤੇ ਉਸ ਸਮੇਂ ਦੇ ਜਿਹੜੇ ਇੱਕ ਵਿਦਵਾਨ ਸਿੱਖ ਸਨ, ਭਾਈ ਮਨੀ ਸਿੰਘ ਜੀ, ਬੜੇ ਚੰਗੇ ਲਿਖਾਰੀ ਸਨ, ਚੰਗੇ ਰਾਈਟਰ ਸਨ, ਉਹਨਾਂ ਪਾਸੋਂ ਗੁਰੂ ਸਾਹਿਬ ਜੀ ਨੇ ਉਹ ਬੀੜ ਜਿਹੜੀ ਹੈ ਉਹਦੀ ਲਿਖਵਾਈ ਕਰਵਾਈ, ਤੇ ਇਸ ਤਰ੍ਹਾਂ ਦੀ ਉਸ ਬੀੜ ਦਾ ਪ੍ਰਕਾਸ਼ ਅੱਜ ਗੁਰਦੁਆਰਾ ਸਾਹਿਬਾਨ ਦੇ ਵਿੱਚ ਹੁੰਦਾ ਹੈ। ਤੇ ਦਮਦਮਾ ਸਾਹਿਬ ਦੇ ਵਿੱਚ ਉਹ ਬੀੜ ਲਿਖੇ ਜਾਣ ਦੇ ਕਾਰਨ ਉਹਦਾ ਨਾਮ ਵੀ ਦਮਦਮੀ ਬੀੜ ਕਰਕੇ ਆਖਿਆ ਜਾਂਦਾ ਹੈ। ਸੋ ਅੱਜ ਦੇ ਸਵਾਲ ਦੇ ਵੀ ਇਤਨੇ ਹੀ ਆਪ ਸਾਰਿਆਂ ਦੇ ਨਾਲ ਵਿਚਾਰ ਮਿਲ ਕੇ ਜੋ ਆਪ ਜੀ ਨੇ ਬਖਸ਼ਿਆ ਸੀ ਉਹ ਸਾਂਝੇ ਕੀਤੇ ਹਨ। ਕਈ ਪ੍ਰਕਾਰ ਦੀਆਂ ਭੁੱਲਾਂ ਜ਼ਰੂਰ ਹਨ, ਭੁੱਲਾਂ ਬਖਸ਼ ਦੇਣੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਆਭਾਰ ਵੀਰੇਂਦਰਵੀਰ ਸਿੰਘ ਜੀ, ਆਪ ਜੀ ਨੇ ਪੂਰਾ ਹੀ ਜਿਹੜਾ ਹੈ ਡਿਟੇਲਸ ਜਿਹੜੀਆਂ ਦਿੱਤੀਆਂ ਹਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਕੱਤਰ ਹੋਣ ਤੋਂ ਲੱਗ ਕਰਕੇ ਫਿਰ ਜੋ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸੰਪਾਦਨਾ ਦਾ ਜਿਹੜੀ ਵਿਉਂਤ ਬਣਾਈ, ਫਿਰ ਉਸ ਨੂੰ ਲਿਖਣ ਦਾ ਕੰਮ ਜਿਹੜਾ ਹੈ ਭਾਈ ਗੁਰਦਾਸ ਜੀ ਦੀ ਯੋਗਤਾ ਨੂੰ ਵੀ ਆਪ ਜੀ ਨੇ ਪੂਰੇ ਡਿਟੇਲ ਦੇ ਨਾਲ ਉਹਨਾਂ ਦੇ ਜੀਵਨ ਦੇ ਨਾਲ ਉਸ ਨੂੰ ਬਿਆਨ ਕੀਤਾ ਹੈ। ਤੋ ਇੱਥੋਂ ਇਹ ਸਿੱਧ ਹੋ ਜਾਂਦਾ ਹੈ ਕਿ ਗੁਰੂ ਅਰਜਨ ਦੇਵ ਮਹਾਰਾਜ ਦੀ ਨਿਗਾਹ ਦੇ ਵਿੱਚ ਸਭ ਤੋਂ ਸੁਯੋਗ ਬੰਦੇ ਸਨ ਜਿਹੜੇ ਇਸ ਲਿਖਾਈ ਦੇ ਵਿੱਚ ਸੇਵਾ ਕਰ ਸਕਦੇ ਸਨ। ਉਹ ਹੋਰ ਵੀ ਹੋਣਗੇ, ਅਸੀਂ ਇਹ ਨਹੀਂ ਕਹਿੰਦੇ ਕਿ ਹੋਰ ਨਹੀਂ ਹੈਗੇ, ਲੇਕਿਨ ਜਿਹਦੇ ਸਿਰ ਦੇ ਉੱਪਰ ਗੁਰੂ ਮਹਾਰਾਜ ਆਪਣੀ ਮਿਹਰ ਭਰੇ ਹੱਥ ਰੱਖਦੇ ਹਨ ਉਸ ਤੋਂ ਫਿਰ ਸਾਰੀ ਸੇਵਾ ਉਹ ਲੈ ਸਕਦੇ ਹਨ। ਤੋ ਅਸੀਂ ਇਸੇ ਨਿਰਣੇ ਤੇ ਪਹੁੰਚੇ ਹਾਂ ਕਿ ਗੁਰ ਕਹਿਆ ਸਾ ਕਾਰ ਕਮਾਓ, ਗੁਰ ਕੀ ਕਰਨੀ ਕਾਹੇ ਤਾਓ। ਅਸੀਂ ਡੈਫੀਨੇਟਲੀ ਨਹੀਂ ਕਹਿ ਸਕਦੇ ਕਿ ਗੁਰੂ ਅਰਜਨ ਦੇਵ ਮਹਾਰਾਜ ਦੇ ਦਿਮਾਗ ਵਿੱਚ ਕੀ ਸੀਗਾ, ਕਿਉਂ ਉਹਨਾਂ ਨੇ ਚੂਜ਼ ਕੀਤੀ। ਇਹ ਉਹਨਾਂ ਦੀ ਆਪਣੀ ਖੇਡ ਹੈ, ਉਹਨਾਂ ਦੀ ਆਪਣੀ ਜਿਹੜੀ ਹੈ ਉਹ ਡਿਸੀਜਨ ਹੈ, ਪਰ ਜੋ ਵੀ ਕੀਤਾ ਉਹ ਬਾ ਕਮਾਲ ਕੀਤਾ। ਇੰਦਰਵੀਰ ਸਿੰਘ ਜੀ, ਆਪ ਜੀ ਦਾ ਇੱਕ ਵਾਰੀ ਫਿਰ ਮੈਂ ਧੰਨਵਾਦ ਕਰਦਾ ਹਾਂ ਕਿ ਆਪ ਜੀ ਨੇ ਬੜੇ ਸੁਚੱਜੇ ਢੰਗ ਦੇ ਨਾਲ ਇਸ ਸਵਾਲ ਦਾ ਜਿਹੜਾ ਹੈ ਜਵਾਬ ਦਿੱਤਾ ਹੈ। ਮੈਂ ਹੁਣ ਬੇਨਤੀ ਕਰਾਂਗਾ ਕਿ ਜਿਵੇਂ ਸਿਧਾਂਤਕ ਜਿਹੜੇ ਸਵਾਲ ਸਨ ਔਰ ਆਇਆ ਵਾਲਾ ਸਵਾਲ ਵੀ ਕੁਝ ਇਤਿਹਾਸ ਦੇ ਨਾਲ ਸੰਬੰਧ ਰੱਖਦਾ ਸੀ, ਤਾਂ ਹੁਣ ਮੈਂ ਬੇਨਤੀ ਕਰਾਂਗਾ ਆਪਣੇ ਮਾਨਯੋਗ ਵੀਰ ਪ੍ਰਭਕੀਰਤਨ ਸਿੰਘ ਜੀ ਨੂੰ ਕਿ ਉਹ ਇਤਿਹਾਸ ਵਾਲੇ ਪਾਸੇ ਥੋੜਾ ਮੁੜੀਏ ਤੇ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਭਗਤ ਸੈਨ ਜੀ ਦੇ ਜੀਵਨ ਦੇ ਬਾਰੇ ਸਾਨੂੰ ਕੀ ਜਾਣਕਾਰੀ ਉਪਲਬਧ ਹੈ। ਭਗਤ ਸੈਨ ਜੀ ਦੇ ਬਾਰੇ ਵੀਰ ਪ੍ਰਭਕੀਰਤਨ ਸਿੰਘ ਜੀ ਨੂੰ ਬੇਨਤੀ ਹੈ ਕਿ ਉਹ ਸਾਨੂੰ ਇਸ ਬਾਰੇ ਸੋਝੀ ਦੇਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭਗਤ ਸੈਨ ਜੀ ਦੇ ਬਾਰੇ ਕੁਝ ਹੋਰ ਭਗਤਾਂ ਦੀ ਤਰ੍ਹਾਂ ਹੀ ਕੋਈ ਠੋਸ ਜਾਣਕਾਰੀ ਇਤਿਹਾਸਕ ਸਰੋਤਾਂ ਤੋਂ ਸਾਨੂੰ ਨਹੀਂ ਮਿਲਦੀ। ਹਾਂ, ਕੁਝ ਇਤਿਹਾਸਕ ਸਰੋਤ ਸਾਨੂੰ ਕੋਟ ਕਰਕੇ ਦੱਸੇ ਜਾਂਦੇ ਹਨ, ਜਿਸ ਤਰ੍ਹਾਂ ਕਿ ਮਕਾਲਫ ਹੈ ਜਾਂ ਭਗਤ ਮਾਲ ਹੈ, ਪਰ ਇਹ ਸਾਰੇ ਸਰੋਤ ਜਿਹੜੇ ਹਨ ਇਹ ਬਹੁਤ ਬਾਅਦ ਦੇ ਵਿੱਚ ਹੋਂਦ ਵਿੱਚ ਆਏ। ਜਦੋਂ ਅਸੀਂ ਠੋਸ ਜਾਣਕਾਰੀ ਦੀ ਗੱਲ ਕਰਦੇ ਹਾਂ ਤੇ ਉਹਨਾਂ ਦੇ ਸਮਕਾਲੀ ਸਰੋਤਾਂ ਦੇ ਵਿੱਚੋਂ ਸਾਨੂੰ ਕੋਈ ਉਹਨਾਂ ਦੇ ਬਾਰੇ ਜਾਣਕਾਰੀ ਠੋਸ ਨਹੀਂ ਮਿਲਦੀ। ਕੁਝ ਕੁ ਭਗਤਾਂ ਦੇ ਬਾਰੇ ਜਿਹੜੇ ਕਿ ਅਸੀਂ ਕਹੀਏ ਕਿ ਉਹ ਬਹੁਤ ਉੱਚਾ ਦਰਜਾ ਸਮਾਜ ਦੇ ਵਿੱਚ ਮਸ਼ਹੂਰੀ ਪ੍ਰਾਪਤ ਕਰ ਚੁੱਕੇ ਸਨ, ਜਿਵੇਂ ਭਗਤ ਕਬੀਰ ਜੀ ਹਨ ਜਾਂ ਭਗਤ ਰਵਿਦਾਸ ਜੀ ਹਨ, ਉਹਨਾਂ ਬਾਰੇ ਤਾਂ ਇਹ ਜਾਣਕਾਰੀਆਂ ਕਾਫੀ ਸਰੋਤਾਂ ਤੋਂ ਮਿਲ ਜਾਂਦੀਆਂ ਹਨ। ਪਰ ਬਾਕੀ ਜਿਹੜੇ ਭਗਤ ਸਨ ਉਹਨਾਂ ਦੇ ਬਾਰੇ ਜਾਣਕਾਰੀ ਪੂਰੀ ਠੋਸ ਨਹੀਂ ਹੈ। ਤੇ ਜੋ ਕੁਝ ਵੀ ਆਪ ਜੀ ਦੇ ਨਾਲ ਹੁਣ ਸ਼ੇਅਰ ਕੀਤਾ ਜਾਣਾ ਹੈ ਇਹ ਕੁਝ ਪ੍ਰਚਲਿਤ ਧਾਰਨਾਵਾਂ ਜਾਂ ਦੰਤ ਕਥਾਵਾਂ ਦੇ ਆਧਾਰ ਉੱਤੇ ਹੀ ਹੈ। ਤੋ ਜੋ ਸਾਨੂੰ ਪ੍ਰਾਪਤ ਹੋਇਆ ਹੈ ਉਹ ਆਪ ਜੀ ਦੇ ਨਾਲ ਸ਼ੇਅਰ ਕਰਦੇ ਹਾਂ ਕਿ ਭਗਤ ਸੈਨ ਜੀ ਦਾ ਜਨਮ ਜੋ ਹੈ ਉਹਦੇ ਬਾਰੇ ਵੀ ਵਿਦਵਾਨਾਂ ਵਿੱਚ ਥੋੜ੍ਹੇ ਜਿਹੇ ਰਾਏ ਡਿਫਰ ਕਰਦੀ ਹੈ, 2-3 ਰਾਏ ਮਿਲਦੀਆਂ ਹਨ। ਹਾਲਾਂਕਿ ਇੱਕ ਤਾਂ ਰਾਏ ਇਹ ਹੈ ਕਿ ਉਹ ਮਹਾਰਾਸ਼ਟਰ ਵਿੱਚ ਪੈਦਾ ਹੋਏ, ਕਿਉਂਕਿ ਮਰਾਠੀ ਦੇ ਵਿੱਚ ਇੱਕ ਸੰਤ ਸੈਨ ਜੀ ਦੇ ਲਿਖੇ ਹੋਏ ਭਜਨ ਮਿਲਦੇ ਹਨ, ਪਰ ਇਹ ਜਾਪਦਾ ਹੈ ਕਿ ਇਹ ਕੋਈ ਹੋਰ ਸੰਤ ਸਨ ਤੇ ਇਹਨਾਂ ਨੂੰ ਕਨਫਿਊਜ਼ ਕਰ ਲਿਆ ਗਿਆ ਹੈ। ਇਸੇ ਤਰ੍ਹਾਂ ਹੀ ਕੁਝ ਸਰੋਤਾਂ ਦੇ ਵਿੱਚ ਇਹ ਲਿਖਿਆ ਮਿਲਦਾ ਹੈ ਕਿ ਆਪ ਜੀ ਬਾਂਧਵਗੜ੍ਹ ਦੇ ਰੀਵਾ ਜੋ ਰਿਆਸਤ ਹੈ ਰਾਜਸਥਾਨ ਵਿੱਚ, ਜਾਂ ਕਈਆਂ ਨੇ ਇੱਥੋਂ ਤੱਕ ਕਿ ਬਿਦਰ ਦਾ ਨਾਮ ਵੀ ਦੇ ਦਿੱਤਾ ਹੈ, ਪਰ ਇਹ ਵੀ ਸ਼ਾਇਦ ਮੁਗਾਲਤਾ ਇਸ ਕਰਕੇ ਲੱਗਿਆ ਕਿਉਂਕਿ ਇਹਨਾਂ ਦੋਵਾਂ ਥਾਵਾਂ ਦੇ ਉੱਤੇ ਆਪ ਜੀ ਰਹੇ ਤੇ ਆਪ ਜੀ ਨੇ ਨੌਕਰੀ ਵੀ ਕੀਤੀ। ਤੋ ਜਿਹੜਾ ਆਮ ਸਹਿਮਤੀ ਹੈ ਆਪ ਜੀ ਦੇ ਬਾਰੇ ਉਹ ਇਹ ਹੈ ਕਿ ਆਪ ਜੀ ਦਾ ਜਨਮ ਜੋ ਹੈ ਪਿੰਡ ਸੋਹਲ ਠੱਠੀ, ਜ਼ਿਲ੍ਹਾ ਤਰਨਤਾਰਨ ਵਿਖੇ ਹੋਇਆ। ਉੱਥੇ ਆਪ ਜੀ ਦੀ ਯਾਦਗਾਰ ਵੀ ਮੌਜੂਦ ਹੈ, ਮੇਲਾ ਵੀ ਲੱਗਦਾ ਹੈ। ਤੇ ਆਪ ਜੀ ਦਾ ਇੱਕ ਹੋਰ ਸਥਾਨ ਫਿਲੌਰ ਦੇ ਨੇੜੇ ਇੱਕ ਪਿੰਡ ਪ੍ਰਤਾਪਪੁਰਾ ਹੈ, ਜਿੱਥੇ ਆਪ ਕੁਝ ਸਮਾਂ ਰਹੇ। ਉੱਥੇ ਵੀ ਆਪ ਜੀ ਦੀਆਂ ਯਾਦਗਾਰਾਂ ਮੌਜੂਦ ਹਨ, ਉੱਥੇ ਵੀ ਇਕੱਠ ਕੀਤੇ ਜਾਂਦੇ ਹਨ। ਆਮ ਰਾਏ ਦੇ ਮੁਤਾਬਕ ਆਪ ਜੀ ਦਾ ਜੋ ਜਨਮ ਹੈ ਉਹ ਸਨ 1343 ਦੇ ਵਿੱਚ ਹੋਇਆ ਤੇ ਸਨ 1440 ਦੇ ਵਿੱਚ ਲਗਭਗ 97 ਸਾਲ ਦੀ ਉਮਰ ਦੇ ਵਿੱਚ ਆਪ ਜੀ ਨੇ ਵਾਰਾਣਸੀ ਦੇ ਵਿੱਚ ਚੜ੍ਹਾਈ ਕੀਤੀ।
ਜਿੱਥੇ ਆਪ ਜੀ ਨੇ ਆਖਰੀ ਸਮਾਂ ਆਪਣੇ ਗੁਰਭਾਈਆਂ ਭਗਤ ਕਬੀਰ ਜੀ, ਭਗਤ ਰਵਿਦਾਸ ਜੀ ਤੇ ਹੋਰ ਆਪਣੇ ਜਿਹੜੇ ਸਾਥੀ ਭਗਤ ਸਨ, ਜੋ ਭਗਤ ਰਾਮਾਨੰਦ ਜੀ ਦੇ ਸਿੱਖ ਸਨ, ਉਹਨਾਂ ਦੀ ਸੰਗਤ ਵਿੱਚ ਬਿਤਾਇਆ। ਪਰ ਇੱਥੇ ਹੀ ਇੱਕ ਹੋਰ ਵੀ ਵਰਸ਼ਨ ਮੌਜੂਦ ਹੈ ਕਿ ਆਪ ਜੀ ਦਾ ਜਨਮ ਸ਼ਾਇਦ 1390 ਵਿੱਚ ਹੋਇਆ, ਜਿਹਨੂੰ ਬਹੁਤੇ ਵਿਦਵਾਨ ਨਹੀਂ ਮੰਨਦੇ। ਤੋ ਇਹ ਦੋ ਆਪ ਜੀ ਦੇ ਬਾਰੇ ਜਾਣਕਾਰੀਆਂ ਸਾਡੇ ਕੋਲ ਉਪਲਬਧ ਹਨ। ਦੂਜਾ ਇਹ ਹੈ ਕਿ ਆਪ ਜੀ ਕਿੱਤੇ ਵਜੋਂ ਨਾਈ ਸਨ, ਜੋ ਕਿ ਕਿਹਾ ਜਾਂਦਾ ਹੈ ਕਿ ਆਪ ਜੀ ਦਾ ਪਿਤਾ ਪੁਰਖੀ ਕਿੱਤਾ ਸੀ। ਤੋ ਆਪ ਦੇ ਪਿਤਾ ਜੀ ਮੁਕੰਦ ਰਾਏ ਜੀ ਤੇ ਮਾਤਾ ਜਿਉਣੀ ਜੀ, ਉਹਨਾਂ ਨੇ ਆਪ ਜੀ ਨੂੰ ਚੰਗੀ ਵਿੱਦਿਆ ਆਪਣੇ ਕਿੱਤੇ ਦੀ ਦੇਣ ਲਈ ਆਪ ਦੀ ਭੂਆ ਦੇ ਕੋਲ ਲਾਹੌਰ ਭੇਜਿਆ, ਜਿੱਥੇ ਆਪ ਜੀ ਨੇ ਇੱਕ ਸ਼ਾਹੀ ਹਜਾਮ, ਜਿਹਦਾ ਨਾਮ ਅਜ਼ੀਮ ਵੀ ਦੱਸਿਆ ਜਾਂਦਾ ਹੈ, ਉਹਦੇ ਪਾਸੋਂ ਸਿੱਖਿਆ ਲਈ ਤੇ ਆਪਣੇ ਕਿੱਤੇ ਦੇ ਵਿੱਚੋਂ ਚੰਗੀ ਮਹਾਰਤ ਹਾਸਲ ਕੀਤੀ। ਇੱਥੇ ਹੀ ਆਪ ਜੀ ਦੀ ਸ਼ਾਦੀ ਹੋਈ ਬੀਬੀ ਸਾਹਿਬ ਦੇਵੀ ਜੀ ਨਾਲ, ਤੇ ਆਪ ਜੀ ਦਾ ਇੱਕ ਸਪੁੱਤਰ ਵੀ ਸੀ। ਤੇ ਉਸ ਤੋਂ ਬਾਅਦ ਆਪ ਜੀ ਵਿੱਦਿਆ ਪ੍ਰਾਪਤ ਕਰਨ ਤੋਂ ਬਾਅਦ ਰੁਜ਼ਗਾਰ ਦੀ ਭਾਲ ਵਿੱਚ ਦਿੱਲੀ ਚਲੇ ਗਏ ਤੇ ਉੱਥੋਂ ਰੈਫਰੈਂਸਿਸ ਲੈ ਕੇ ਆਪ ਜੀ ਨੂੰ ਰੀਵਾ ਦੇ ਰਾਜਾ ਬਾਂਧਵਗੜ੍ਹ ਦਾ, ਉਹਦੇ ਰਾਜਾ ਰਾਮ ਰਾਏ, ਉਹਦੀ ਸੇਵਾ ਦੇ ਵਿੱਚ ਭੇਜਿਆ ਗਿਆ, ਕਿਉਂਕਿ ਨਾਈ ਦਾ ਜੋ ਕਿੱਤਾ ਸੀ ਉਹ ਸਿਰਫ ਹਜਾਮਤ ਬਣਾਉਣ ਦਾ ਜਾਂ ਇਸ ਤਰ੍ਹਾਂ ਦੇ ਕੰਮਾਂ ਦਾ ਹੀ ਨਹੀਂ ਸੀ, ਬਲਕਿ ਸਰੀਰ ਦੀ ਸਾਰੀ ਦੇਖਭਾਲ, ਜਿਹਦੇ ਵਿੱਚ ਮਾਲਿਸ਼ ਕਰਨਾ ਤੇ ਧੋਣਾ, ਸਰੀਰ ਨੂੰ ਚੰਗੀ ਤਰ੍ਹਾਂ ਸਫਾਈ ਕਰਨਾ, ਨਾਖੂਨ ਕੱਟਣੇ ਤੇ ਹੋਰ ਸਾਰੇ ਇਸ ਕਿਸਮ ਦੇ ਜੋ ਕੰਮ ਸਨ, ਇਹ ਵਰਚੁਅਲੀ ਅਸੀਂ ਇੰਝ ਸਮਝੀਏ ਕਿ ਜਿਹੜੇ ਨਾਈ ਉਸ ਜ਼ਮਾਨੇ ਦੇ ਵਿੱਚ ਹੁੰਦੇ ਸਨ, ਇਹ ਤਕਰੀਬਨ ਆਪਾਂ ਕਹੀਏ ਕਿ ਜੇ ਅਸਿਸਟੈਂਟ ਹਕੀਮ ਹੁੰਦੇ ਸਨ ਜਾਂ ਅਸਿਸਟੈਂਟ ਵੈਦ ਹੁੰਦੇ ਸਨ, ਉਸ ਕਿਸਮ ਦਾ ਕਿੱਤਾ ਸੀ, ਜਿਹਦੇ ਵਿੱਚ ਜਿਹੜਾ ਵੈਦਗੀ ਦਾ ਅੰਸ਼ ਵੀ ਸ਼ਾਮਲ ਹੁੰਦਾ ਸੀ। ਤੇ ਆਪ ਛੋਟੀਆਂ-ਮੋਟੀਆਂ ਬਿਮਾਰੀਆਂ ਦਾ ਇਲਾਜ ਮਾਲਸ਼ਾਂ ਆਦਿਕ ਨਾਲ ਕਰਨ ਦੇ ਵਿੱਚ ਜਿਹੜੇ ਨਾਈ ਸਨ ਉਹ ਮਸ਼ਹੂਰ ਹੁੰਦੇ ਸਨ। ਤੋ ਆਪ ਜੀ ਦੇ ਉੱਥੇ ਰਹੇ ਕੁਝ ਸਮਾਂ, ਤੇ ਕੁਝ ਸਮਾਂ ਆਪ ਜੀ ਦੇ ਬਾਰੇ ਰੀਵਾ ਤੋਂ ਬਾਅਦ ਬਿਦਰ ਦੇ ਵਿੱਚ ਵੀ ਆਪ ਜੀ ਦੇ ਬਾਰੇ ਜ਼ਿਕਰ ਆਉਂਦਾ ਹੈ ਕਿ ਨੌਕਰੀ ਕੀਤੀ। ਆਪ ਜੀ ਦਾ ਧਿਆਨ ਬਚਪਨ ਤੋਂ ਹੀ ਧਾਰਮਿਕ ਰੁਚੀਆਂ ਸਨ ਆਪ ਜੀ ਦੀਆਂ। ਤੋ ਜਦੋਂ ਆਪ ਜੀ ਨੇ ਇੱਧਰ ਧਿਆਨ ਕੀਤਾ ਤੇ ਤੁਰਨਾ ਫਿਰਨਾ ਵਿੱਦਿਆ ਪ੍ਰਾਪਤ ਕਰਨ ਤੋਂ ਬਾਅਦ ਘਰੋਂ ਬਾਹਰ ਨਿਕਲੇ, ਤਾਂ ਆਪ ਜੀ ਨੇ ਬਨਾਰਸ ਦੀ ਯਾਤਰਾ ਕੀਤੀ, ਕਿਉਂਕਿ ਆਪ ਜੀ ਨੇ ਭਗਤ ਰਾਮਾਨੰਦ ਜੀ ਤੇ ਭਗਤ ਕਬੀਰ ਜੀ, ਇਹਨਾਂ ਦੀ ਸ਼ੋਭਾ ਸੁਣੀ ਹੋਈ ਸੀ, ਤੇ ਆਪ ਜੀ ਨੇ ਭਗਤ ਰਾਮਾਨੰਦ ਜੀ ਨੂੰ ਆਪਣਾ ਗੁਰੂ ਧਾਰਨ ਕੀਤਾ ਤੇ ਉਹਨਾਂ ਦੀ ਸਿੱਖਿਆ ਪ੍ਰਾਪਤ ਕਰਕੇ ਆਪ ਜੀ ਦੀ ਗਿਣਤੀ ਉਹਨਾਂ ਦੇ 12 ਪ੍ਰਮੁੱਖ ਚੇਲਿਆਂ ਦੇ ਵਿੱਚ ਵੀ ਕਈ ਸਰੋਤ ਜਿਹੜੇ ਹਨ ਉਹ ਕਰਦੇ ਹਨ। ਉਹ 12 ਭਗਤ ਜਿਨ੍ਹਾਂ ਦੇ ਵਿੱਚ ਕੁਝ ਦੇ ਨਾਵਾਂ ਨਾਲ ਆਪਾਂ ਵੀ ਫੈਮਿਲੀਅਰ ਹਾਂ, ਭਗਤ ਕਬੀਰ ਜੀ, ਰਵਿਦਾਸ ਜੀ, ਧੰਨਾ ਜੀ, ਪੀਪਾ ਜੀ, ਇਹਨਾਂ ਸਾਰਿਆਂ ਦੇ ਨਾਮ ਉਹਨਾਂ 12 ਪ੍ਰਮੁੱਖ ਭਗਤਾਂ ਚੇਲਿਆਂ ਦੇ ਵਿੱਚ ਆਉਂਦੇ ਹਨ। ਭਗਤ ਰਾਮਾਨੰਦ ਜੀ ਜਿਨ੍ਹਾਂ ਦੇ ਗੁਰੂ ਸਨ। ਤੋ ਇਹ ਸਾਰੀ ਜਾਣਕਾਰੀ, ਜਿਵੇਂ ਕਿ ਮੈਂ ਪਹਿਲਾਂ ਕੀਤਾ ਹੈ, ਕਿ ਪ੍ਰਚਲਿਤ ਰਵਾਇਤਾਂ ਦੇ ਅਨੁਸਾਰ ਹੀ ਹੈ, ਇਹਨਾਂ ਦੇ ਕੋਈ ਠੋਸ ਸਰੋਤ ਨਹੀਂ ਹਨ। ਜਿਵੇਂ ਕਿ ਮੈਂ ਪਹਿਲਾਂ ਜ਼ਿਕਰ ਕੀਤਾ ਹੈ ਕਿ ਆਮ ਤੌਰ ਦੇ ਉੱਤੇ ਜਿਹੜੇ ਤਾਂ ਭਗਤ ਕੁਝ ਬਹੁਤ ਜ਼ਿਆਦਾ ਉੱਚਾ ਦਰਜਾ ਸਮਾਜ ਦੇ ਵਿੱਚ ਪ੍ਰਾਪਤ ਕਰ ਗਏ, ਜਿਨ੍ਹਾਂ ਦੇ ਚੇਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੋ ਗਈ, ਉਹਨਾਂ ਦੇ ਬਾਰੇ ਤਾਂ ਮਿਲਦੀ ਹੈ ਸਾਨੂੰ ਜਾਣਕਾਰੀ। ਪਰ ਬਾਕੀ ਜਿਹੜੇ ਭਗਤ ਸਨ, ਆਮ ਤੌਰ ਤੇ ਖਾਸ ਕਰਕੇ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿਨ੍ਹਾਂ ਦੀ ਬਾਣੀ ਦਰਜ ਹੈ, ਉਹ ਚੂੰਕਿ ਸਮਾਜ ਦੇ ਉੱਚੇ ਤਬਕਿਆਂ ਦੇ ਵਿੱਚੋਂ ਨਹੀਂ ਆਉਂਦੇ ਸਨ, ਤੇ ਇਸ ਕਰਕੇ ਇਤਿਹਾਸਕ ਗ੍ਰੰਥਾਂ ਦੇ ਵਿੱਚ ਉਹਨਾਂ ਦਾ ਜ਼ਿਕਰ ਕੀਤਾ ਨਹੀਂ ਗਿਆ। ਵੈਸੇ ਵੀ ਇਹ ਸਾਰੇ ਜਿਹੜੇ ਭਗਤ ਸਨ, ਇਹ ਪ੍ਰਚਲਿਤ ਜੋ ਸਾਹਿਤ ਸੀ, ਹਿਸਟਰੀ ਲਿਖਣ ਵਾਲੇ, ਜੋ ਬ੍ਰਾਹਮਣੀ ਮਤ ਦੇ ਨਾਲ ਸੰਬੰਧ ਰੱਖਣ ਵਾਲੇ ਸਨ, ਉਹਨਾਂ ਦੇ ਵਿਰੋਧੀ ਸਨ। ਤੋਂ ਇਸ ਕਰਕੇ ਉਹਨਾਂ ਨੂੰ ਇਗਨੋਰ ਵੀ ਅਸੀਂ ਸਮਝਦੇ ਹਾਂ ਕਿ ਜ਼ਰੂਰ ਕੀਤਾ ਗਿਆ ਹੋਣਾ। ਤੋਂ ਇਸ ਕਰਕੇ ਇਹਨਾਂ ਸਾਰਿਆਂ ਦੇ ਵਾਸਤੇ ਸਾਨੂੰ ਜਾਣਕਾਰੀ ਠੋਸ ਸਰੋਤਾਂ ਤੋਂ ਨਹੀਂ ਮਿਲਦੀ। ਪਰ ਇਹ ਨਹੀਂ ਹੈ ਕਿ ਇਹਦੇ ਬਾਰੇ ਜਾਣਕਾਰੀ ਪ੍ਰਾਪਤ ਹੋ ਹੀ ਨਹੀਂ ਸਕਦੀ। ਇਹਦੇ ਬਾਰੇ ਹੋਰ ਅਗਰ ਯਤਨ ਕੀਤੇ ਜਾਣ ਤੇ ਜ਼ਰੂਰ ਕੋਈ ਠੋਸ ਜਾਣਕਾਰੀਆਂ ਪ੍ਰਾਪਤ ਹੋਣਗੀਆਂ। ਤੋ ਜੋ ਇਹਨਾਂ ਦੀ ਵਿਚਾਰਧਾਰਾ ਹੈ, ਉਹਦੇ ਬਾਰੇ ਸਾਨੂੰ ਰਿਲਾਈ ਕਰਨਾ ਪੈਂਦਾ ਹੈ। ਉਹਨਾਂ ਦਾ ਜੋ ਇੱਕ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਰਾਗ ਧਨਾਸਰੀ ਵਿੱਚ ਪੰਨਾ 695 ਉੱਤੇ ਦਰਜ ਹੈ, ਜੋ ਆਪ ਜੀ ਦੇ ਸਾਹਮਣੇ ਡਿਸਪਲੇਡ ਹੈ ਜੀ। ਆਓ ਇਸ ਨੂੰ ਹੀ ਥੋੜਾ ਜਿਹਾ ਆਪਾਂ ਸਮਝ ਲਈਏ, ਤੇ ਇਸੇ ਤੋਂ ਹੀ ਸਾਨੂੰ ਪਤਾ ਲੱਗ ਜਾਏਗਾ ਕਿ ਭਗਤ ਜੀ ਦੇ ਵਿਚਾਰ ਕਿਸ ਕਿਸਮ ਦੇ ਸਨ। ਕਿ ਧੂਪ ਦੀਪ ਘ੍ਰਿਤ ਸਾਜ ਆਰਤੀ, ਵਾਰਨੇ ਜਾਓ ਕਮਲਾਪਤੀ, ਮੰਗਲਾ ਹਰ ਮੰਗਲਾ ਨਿਤ ਮੰਗਲ ਰਾਜਾ ਰਾਮ ਰਾਏ ਕੋ। ਇਹ ਰਹਾਉ ਦੀ ਜੋ ਪੰਕਤੀ ਹੈ, ਮੰਗਲਾ ਹਰ ਮੰਗਲਾ ਨਿਤ ਮੰਗਲ ਰਾਜਾ ਰਾਮ ਰਾਏ ਕੋ, ਆਪ ਜੀ ਫਰਮਾ ਰਹੇ ਹਨ ਕਿ ਮੇਰੇ ਹਿਰਦੇ ਦੇ ਵਿੱਚ ਆਨੰਦ ਤੇ ਮੰਗਲ
ਉਹਦਾ ਪੂਰੀ ਤਰ੍ਹਾਂ ਵਾਸਾ ਹੋਇਆ ਹੈ। ਨਿਤ ਮੰਗਲ ਭਾਵ ਸਦੀਵੀ ਵਾਸਾ ਹੋ ਗਿਆ ਹੈ। ਕਿਸ ਸਦਕਾ ਰਾਜਾ ਰਾਮ ਰਾਏ ਕੋ ਉਸ ਦੀ ਕਿਰਪਾ ਦੇ ਨਾਲ, ਉਸ ਦੇ ਨਾਲ ਜੁੜਨ ਦੇ ਨਾਲ, ਉਸ ਦੇ ਨਾਮ ਸਿਮਰਨ ਦੇ ਜੁੜਨ ਦੇ ਨਾਲ। ਤੇ ਪਹਿਲੇ ਬੰਦ ਵਿੱਚ ਆਪ ਫਰਮਾ ਰਹੇ ਹਨ ਕਿ ਵਾਰਨੇ ਜਾਓ ਕਮਲਾਪਤੀ। ਕਮਲਾਪਤੀ ਭਾਵ, ਕਮਲਾ ਦਾ ਭਾਵ ਜੋ ਹੈ ਉਹ ਲక్ష్ਮੀ ਗਿਣਿਆ ਜਾਂਦਾ ਹੈ। ਇਸ ਜਗਤ ਦੀ ਜੋ ਆਪਾਂ ਮਾਇਆ ਕਹੀਏ, ਲక్ష్ਮੀ ਕਹੀਏ, ਉਸ ਦਾ ਪਤੀ ਭਾਵ ਪਰਮਾਤਮਾ। ਤੋ ਉਹਦੇ ਉੱਤੇ ਵਾਰਨੇ ਜਾਣਾ ਹੀ ਜਿਹੜਾ ਹੈ, ਭਗਤ ਜੀ ਉਹਨੂੰ ਮੰਨਦੇ ਹਨ ਕਿ ਇਹ ਜਿਹੜੇ ਆਰਤੀ ਦੇ ਵਾਸਤੇ ਧੂਪ, ਦੀਪ, ਘਿਓ ਵਾਲੇ ਜਿਹੜੇ ਦੀਵੇ ਜਗਾਏ ਜਾਂਦੇ ਹਨ, ਇਹਨਾਂ ਸਾਰਿਆਂ ਦੇ ਵਾਸਤੇ ਉਹ ਕਹਿੰਦੇ ਹਨ ਕਿ ਮੇਰੇ ਲਈ ਤਾਂ ਉਸ ਪ੍ਰਭੂ ਤੋਂ ਕੁਰਬਾਨ ਹੋ ਜਾਣਾ ਹੀ ਜਿਹੜਾ ਹੈ, ਇਹ ਆਰਤੀ ਦਾ ਸਾਜ਼ੋ ਸਮਾਨ ਇਕੱਠਾ ਕਰਨਾ ਹੁੰਦਾ ਹੈ। ਅੱਗੇ ਆਪ ਅਗਲੇ ਬੰਦ ਦੇ ਵਿੱਚ ਫਰਮਾਉਂਦੇ ਹਨ ਕਿ ਉੱਤਮ ਦੀਅਰਾ ਨਿਰਮਲ ਬਾਤੀ, ਤੂੰ ਹੀ ਨਿਰੰਜਨ ਕਮਲਾ ਪਾਤੀ। ਹੁਣ ਆਪ ਜੀ ਫਰਮਾ ਰਹੇ ਹਨ ਕਿ ਤੂੰ ਹੀ ਨਿਰੰਜਨ, ਤੂੰ ਮਾਇਆ ਤੋਂ ਰਹਿਤ ਹੈ, ਮਾਇਆ ਤੋਂ ਉੱਪਰ ਹੈ, ਤੇਰੇ ਤੇ ਮਾਇਆ ਦਾ ਅਸਰ ਨਹੀਂ ਹੈ। ਔਰ ਤੂੰ ਕਮਲਾ ਪਾਤੀ ਦਾ ਭਾਵ ਹੈ ਕਿ ਤੂੰ ਉਸ ਦਾ ਜੋ ਪਤੀ ਹੈ ਇਸ ਦਾ, ਉਹਦੇ ਉੱਤੇ ਹੀ ਆਪ ਜੀ ਕਹਿ ਰਹੇ ਹਨ ਕਿ ਉਹਨੂੰ ਯਾਦ ਕਰਨਾ, ਉਹੀ ਚੀਜ਼ ਜਿਹੜੀ ਹੈ ਉਹ ਉੱਤਮ ਦੀਅਰਾ ਤੇ ਨਿਰਮਲ ਬਾਤੀ ਹੈ। ਕਿਉਂਕਿ ਦੀਵੇ ਜਿਹੜੇ ਜਗਾਏ ਜਾਂਦੇ ਸਨ ਆਰਤੀ ਦੇ ਵਿੱਚ, ਉਹਨਾਂ ਨੂੰ ਪਹਿਲਾਂ ਪਵਿੱਤਰ ਕੀਤਾ ਜਾਂਦਾ ਸੀ, ਬੱਤੀਆਂ ਨੂੰ ਵੀ ਪਵਿੱਤਰ ਕੀਤਾ ਜਾਂਦਾ ਸੀ। ਤੋ ਆਪ ਜੀ ਕਹਿੰਦੇ ਹਨ ਕਿ ਮੇਰੇ ਵਾਸਤੇ ਤਾਂ ਬਸ ਤੂੰ ਹੀ ਸਭ ਕੁਝ ਹੈ, ਭਾਵ ਤੇਰਾ ਨਾਮ ਸਿਮਰਨ, ਤੇਰੇ ਨਾਲ ਜੁੜਨਾ ਹੀ ਇਹ ਆਰਤੀ ਦੀਆਂ ਸਾਰੀਆਂ ਗੱਲਾਂ। ਪਹਿਲਾਂ ਉਹਨਾਂ ਨੇ ਗੱਲ ਕੀਤੀ ਹੈ ਧੂਪ ਦੀ ਤੇ ਦੀਵਿਆਂ ਦੀ, ਤੇ ਫਿਰ ਨਿਰਮਲ ਬਾਤੀ ਦੀ ਗੱਲ ਆਪ ਜੀ ਕਰ ਰਹੇ ਹਨ। ਤੇ ਫਿਰ ਆਪ ਬਖਾਨ ਕਰ ਰਹੇ ਹਨ ਕਿ ਰਾਮਾ ਭਗਤ ਰਾਮਾਨੰਦ ਜਾਣਾ, ਪੂਰਨ ਪਰਮਾਨੰਦ ਬਖਾਨਾ। ਭਾਵ ਉਹ ਰਾਮ ਜੋ ਰਮਿਆ ਹੋਇਆ ਹੈ, ਜਗਤ ਦੇ ਵਿੱਚ ਵਸਿਆ ਹੋਇਆ ਹੈ, ਉਹਦੀ ਭਗਤੀ ਤੇ ਆਨੰਦ ਸਰੂਪੀ ਉਹ ਜਿਹੜਾ ਰਾਮ ਹੈ, ਇਹੀ ਜੋ ਹੈ ਪੂਰਨ ਪਰਮਾਨੰਦ ਬਖਾਨਾ। ਮੇਰੇ ਵਾਸਤੇ ਤੇਰੇ ਨਾਲ ਜੁੜਨਾ, ਤੇਰੀ ਭਗਤੀ ਕਰਨਾ, ਤੇਰੇ ਨਾਲ ਜੁੜ ਕੇ ਜਿਹੜਾ ਹੈ ਉਹੀ ਮੇਰੇ ਵਾਸਤੇ ਪਰਮ ਆਨੰਦ ਦੀ ਜਿਹੜੀ ਅਵਸਥਾ ਹੈ। ਔਰ ਮੈਂ ਉਹਦੇ ਵਿੱਚ ਆ ਕੇ ਪਰਮਾਨੰਦ ਉਸ ਪ੍ਰਭੂ ਨੂੰ ਬਖਾਨ ਕਰ ਰਿਹਾ ਹਾਂ, ਉਹਦੇ ਗੀਤ ਗਾ ਰਿਹਾ ਹਾਂ, ਉਹਦੇ ਗੁਣ ਗਾ ਰਿਹਾ ਹਾਂ, ਉਹਦਾ ਕੀਰਤਨ ਕਰ ਰਿਹਾ ਹਾਂ। ਮਦਨ ਮੂਰਤ ਭੈ ਤਾਰ ਗੋਬਿੰਦੇ, ਸੈਨ ਭਜੇ ਭਜ ਪਰਮਾਨੰਦੇ। ਕਿ ਉਹ ਮਦਨ ਮੂਰਤ ਭਾਵ ਅਤ ਸੋਹਣੀ, ਅਤ ਪਿਆਰੀ, ਅਤ ਆਨੰਦ ਦੇਣ ਵਾਲੀ ਜੋ ਉਸ ਪ੍ਰਭੂ ਦੀ ਮੂਰਤ ਹੈ, ਪਰਸਨੈਲਿਟੀ ਹੈ, ਭੈ ਤਾਰ ਗੋਬਿੰਦੇ। ਔਰ ਮਤਲਬ ਉਹ ਭੈ ਤੋਂ ਤਾਰਨ ਵਾਲਾ ਹੈ, ਜਿਹਦੇ ਨਾਲ ਜੁੜ ਕੇ ਅਸੀਂ ਇਸ ਜਗਤ ਦੇ ਭੈ ਜਿਹੜੇ ਹਨ ਉਹਨਾਂ ਤੋਂ ਮੁਕਤ ਹੋ ਜਾਂਦੇ ਹਨ। ਤੇ ਸੈਨ ਭਣੈ ਭਜ ਪਰਮਾਨੰਦੇ, ਉਸ ਪਰਮ ਆਨੰਦ ਦੇ ਸਰੋਤ ਜਿਹੜੇ ਸਰੂਪ ਹੈ ਅਕਾਲ ਪੁਰਖ ਵਾਹਿਗੁਰੂ ਰਾਮ ਹੈ। ਤੋ ਉਹਦੀ ਭਗਤੀ ਸੈਨ ਜੀ ਕਹਿ ਰਹੇ ਹਨ ਕਿ ਮੈਂ ਉਸ ਦਾ ਸਿਮਰਨ ਕਰਦਾ ਹਾਂ, ਤੇ ਉਹਦਾ ਸਿਮਰਨ ਕਰੋ। ਸੈਨ ਭਣੈ ਭਜ ਪਰਮਾਨੰਦੇ, ਹੇ ਸੈਨ ਤੂੰ ਉਹਦਾ ਸਿਮਰਨ ਕਰ ਤਾਂ ਕਿ ਤੈਨੂੰ ਇਹ ਸਾਰੀਆਂ ਪ੍ਰਾਪਤੀਆਂ ਹੋਣ। ਤੋ ਇਸ ਤੋਂ ਸਾਨੂੰ ਸਪਸ਼ਟ ਹੋ ਜਾਂਦਾ ਹੈ ਕਿ ਉਹਨਾਂ ਦੀ ਜੋ ਵਿਚਾਰਧਾਰਾ ਸੀ ਉਹ ਸਪਸ਼ਟ ਰੂਪ ਦੇ ਵਿੱਚ ਜੋ ਗੁਰਮਤਿ ਦੀ ਵਿਚਾਰਧਾਰਾ ਹੈ ਉਹਦੇ ਨਾਲ 100% ਮੇਲ ਖਾਂਦੀ ਸੀ। ਬਿਲਕੁਲ ਸੇਮ ਪ੍ਰਿੰਸੀਪਲਸ ਦੇ ਉੱਤੇ ਆਪ ਜੀ ਉਹਨਾਂ ਦਾ ਹੀ ਪ੍ਰਚਾਰ ਕਰਦੇ ਸਨ। ਜਿਵੇਂ ਕਿ ਅਸੀਂ ਪਹਿਲਾਂ ਜ਼ਿਕਰ ਕੀਤਾ ਹੈ ਕਿ ਆਪ ਜੀ ਦਾ ਜਨਮ ਤਰਨ ਤਾਰਨ ਦੇ ਵਿੱਚ ਹੋਇਆ, ਆਪ ਜੀ ਰੇਵਾ ਰਾਜਸਥਾਨ ਵਿੱਚ ਵੀ ਰਹੇ, ਬਿਦਰ ਤੱਕ ਗਏ, ਤੇ ਆਪ ਜੀ ਦਾ ਅੰਤ ਸਮਾਂ ਜੋ ਵਾਰਾਣਸੀ ਵਿੱਚ ਆਇਆ। ਸਪਸ਼ਟ ਹੈ ਕਿ ਆਪ ਜੀ ਪ੍ਰਚਾਰ ਦੌਰਿਆਂ ਦੇ ਉੱਤੇ ਲੰਬੇ ਦੌਰੇ ਉਹਨਾਂ ਨੇ ਕੀਤੇ, ਉੱਤਰ ਭਾਰਤ ਤੋਂ ਦੱਖਣ ਭਾਰਤ ਤੱਕ, ਤੇ ਫਿਰ ਉਸ ਤੋਂ ਬਾਅਦ ਪੂਰਬੀ ਭਾਰਤ ਤੱਕ ਉਹਨਾਂ ਨੇ ਦੌਰੇ ਕੀਤੇ। ਆਪ ਜੀ ਦੇ ਬਾਰੇ ਇੱਕ ਸਾਖੀ ਜਾਂ ਇੱਕ ਕਥਾ ਬਹੁਤ ਹੀ ਮਸ਼ਹੂਰ ਹੈ, ਜੋ ਲਗਭਗ ਜਿਹਨੂੰ ਕਹੀਏ ਅਸੀਂ ਪੁਰਾਣਿਕ ਸਾਖੀਆਂ ਵਰਗੀ ਹੈ। ਤੇ ਉਹਦਾ ਜ਼ਿਕਰ ਜਿਹੜਾ ਹੈ ਉਹ ਭਾਈ ਗੁਰਦਾਸ ਜੀ ਨੇ ਵੀ ਆਪਣੀ 10ਵੀਂ ਵਾਰ ਦੀ 16ਵੀਂ ਪੌੜੀ ਵਿੱਚ ਕੀਤਾ ਹੈ, ਜਿਹਦਾ ਜ਼ਿਕਰ ਅਸੀਂ ਆਮ ਤੌਰ ਤੇ ਗੁਰਦੁਆਰਿਆਂ ਦੇ ਵਿੱਚ ਸੁਣਦੇ ਹਾਂ। ਤਾਂ ਉਹ ਜਿਹੜੀ ਹੈ ਆਪਣਾ ਪੌੜੀ, ਸੁਣ ਪ੍ਰਤਾਪ ਕਬੀਰ ਦਾ ਦੂਜਾ ਸਿੱਖ ਹੋਆ ਸ਼ਹਿਨਾਈ। ਹਾਲਾਂਕਿ ਇਹ ਵਾਰ ਜਿਹੜੀ ਹੈ, ਇਹ ਜਿਹੜੀ ਵਾਰ ਹੈ ਇਹਦੇ ਉੱਤੇ ਕਈ ਵਿਦਵਾਨ ਜਿਹੜੇ ਹਨ ਉਹ ਸ਼ੰਕੇ ਵੀ ਖੜੇ ਕਰਦੇ ਹਨ। ਵੀਰ ਜੀ ਇਹ ਡਿਸਪਲੇ ਕਰ ਦਿਓ ਜੀ, ਸੁਣ ਪ੍ਰਤਾਪ ਕਬੀਰ ਦਾ। ਇਹਦੇ ਉੱਤੇ ਕਈ ਵਿਦਵਾਨ ਸ਼ੰਕੇ ਵੀ ਖੜੇ ਕਰਦੇ ਹਨ, ਪਰ ਆਪਾਂ ਉਹਨਾਂ ਸ਼ੰਕਿਆਂ ਨੂੰ ਇੱਕ ਪਾਸੇ ਰੱਖੀਏ ਤੇ ਇਹਦੀ ਜਿਹੜੀ ਪੌੜੀ ਦੀ ਅੰਤਲੀ ਪੰਕਤੀ ਹੈ ਉਹਦੇ ਵੱਲ ਧਿਆਨ ਦਈਏ ਕਿ ਆਪ ਜੀ ਕਹਿ ਰਹੇ ਹਨ ਕਿ ਇਹਦਾ
ਇਸ ਪੌੜੀ ਦਾ ਜੋ ਮੁੱਖ ਸੰਦੇਸ਼ ਹੈ ਕਿ ਪ੍ਰਗਟ ਕਰੈ ਭਗਤ ਵਡਿਆਈ, ਭਾਵ ਉਹ ਅਕਾਲ ਪੁਰਖ ਆਪਣੇ ਭਗਤਾਂ ਦੀ ਜਿਹੜੀ ਵਡਿਆਈ ਹੈ ਉਹ ਇਸ ਜਗਤ ਦੇ ਵਿੱਚ ਪ੍ਰਗਟ ਕਰਦਾ ਹੈ। ਇਹ ਥੀਮ ਹੈ ਇਸ ਪੌੜੀ ਦਾ। ਤੇ ਇਹਦੇ ਵਿੱਚ ਆਪ ਜੀ ਨੇ ਸੈਨ ਜੀ ਦੇ ਨਾਲ ਜੋ ਸੰਬੰਧਿਤ ਕੀਤੀ ਜਾਂਦੀ ਇੱਕ ਦੰਤ ਕਥਾ ਹੈ, ਸਾਖੀ ਹੈ, ਉਹ ਆਪ ਜੀ ਨੇ ਇਹਦੇ ਵਿੱਚ ਭਾਈ ਗੁਰਦਾਸ ਜੀ ਨੇ ਬਿਆਨ ਕੀਤੀ ਹੈ, ਜਿਸ ਦਾ ਮੂਲ ਰੂਪ ਦੇ ਵਿੱਚ ਆਪਾਂ ਸੰਖੇਪ ਵਿੱਚ ਗੱਲ ਕਰੀਏ ਕਿ ਆਪ ਜੀ ਚੂੰਕਿ ਸੰਤ ਜਨਾਂ ਦੀ ਸੰਗਤ ਨੂੰ ਬਹੁਤ ਇੰਜੋਏ ਕਰਦੇ ਸਨ ਤੇ ਹਰ ਰੋਜ਼ ਸਵੇਰੇ ਉਹਨਾਂ ਨੇ ਰਾਜੇ ਦੇ ਜਾ ਕੇ ਸੇਵਾ ਕਰਨੀ ਹੁੰਦੀ ਸੀ। ਤਾਂ ਇਸ ਕਹਾਣੀ ਦੇ ਮੁਤਾਬਕ ਇੱਕ ਦਿਨ ਰਾਤ ਨੂੰ ਆਪ ਜੀ ਦੇ ਘਰ ਕੋਈ ਸੰਤ ਪ੍ਰਾਹੁਣੇ ਆ ਗਏ ਤੇ ਪੂਰੀ ਰਾਤ ਉਹਨਾਂ ਦੇ ਨਾਲ ਬੈਠ ਕੇ ਅਕਾਲ ਪੁਰਖ ਦੇ ਗੁਣ ਗਾਉਂਦਿਆਂ ਜੋ ਲੰਘ ਗਈ ਤੇ ਅਗਲੇ ਦਿਨ ਆਪ ਸੇਵਾ ਤੇ ਨਾ ਪਹੁੰਚੇ। ਤਾਂ ਇਹ ਆਮ ਇੱਕ ਪ੍ਰਚਲਿਤ ਗੱਲ ਹੈ ਕਿ ਉਹ ਜਦੋਂ ਸੇਵਾ ਤੇ ਨਾ ਪਹੁੰਚੇ ਤਾਂ ਕਿਹਾ ਜਾਂਦਾ ਹੈ ਕਿ ਅਕਾਲ ਪੁਰਖ ਨੇ ਆਪ ਹੀ ਉਹਨਾਂ ਦਾ ਰੂਪ ਧਰ ਕੇ ਰਾਜੇ ਨੂੰ ਜਿਹੜਾ ਹੈ ਰਿਝਾਇਆ ਤੇ ਫਿਰ ਰਾਜਾ ਇੰਨਾ ਖੁਸ਼ ਹੋਇਆ ਕਿ ਉਹਨਾਂ ਨੂੰ ਇਨਾਮ ਵੀ ਦਿੱਤਾ। ਇਹ ਸਾਡੇ ਗੁਰਦੁਆਰਿਆਂ ਦੇ ਵਿੱਚ ਵੀ ਸਾਖੀ ਅਕਸਰ ਸੁਣਾਈ ਜਾਂਦੀ ਹੈ। ਹਾਲਾਂਕਿ ਇਹ ਕਿੰਨੀ ਸੱਚ ਹੈ ਕਿੰਨੀ ਝੂਠ ਹੈ ਇਹਦੇ ਬਾਰੇ ਕੋਈ ਸਾਨੂੰ ਪ੍ਰਚਲਿਤ ਸਰੋਤਾਂ ਤੋਂ, ਠੋਸ ਸਰੋਤਾਂ ਤੋਂ ਕੋਈ ਜਾਣਕਾਰੀ ਨਹੀਂ ਮਿਲਦੀ। ਪਰ ਇਸ ਪੌੜੀ ਦਾ ਸਾਨੂੰ ਅਰਥ ਇਹੀ ਲੈਣਾ ਚਾਹੀਦਾ ਹੈ ਕਿ ਅਸਲ ਵਿੱਚ ਭਾਈ ਗੁਰਦਾਸ ਜੀ ਇਸ ਸਾਖੀ ਦੀ ਗਵਾਹੀ ਨਹੀਂ ਦੇ ਰਹੇ। ਉਹਨਾਂ ਨੇ ਜੋ ਪ੍ਰਚਲਿਤ ਸਾਖੀ ਹੈ ਉਹ ਸਾਨੂੰ ਸੁਣਾ ਦਿੱਤੀ ਹੈ, ਜਿਵੇਂ ਕਿ ਹੋਰ ਵੀ ਕਈ ਸਾਖੀਆਂ ਆਪ ਜੀ ਨੇ ਜ਼ਿਕਰ ਆਪਣੀਆਂ ਵਾਰਾਂ ਦੇ ਵਿੱਚ ਕੀਤਾ ਹੈ। ਅਸਲ ਵਿੱਚ ਉਹ ਸਾਨੂੰ ਸੁਨੇਹਾ ਇਹ ਦੇ ਰਹੇ ਹਨ ਕਿ ਜਿਹੜੇ ਭਗਤ ਜਨ ਹੁੰਦੇ ਹਨ ਅਕਾਲ ਪੁਰਖ ਦੇ, ਅਕਾਲ ਪੁਰਖ ਜਿਹੋ ਜਿਹੀ ਕਲਾ ਵਰਤਾਉਂਦਾ ਹੈ ਕਿ ਉਹਨਾਂ ਦੀ ਵਡਿਆਈ ਪੂਰੇ ਜਗਤ ਦੇ ਵਿੱਚ ਪ੍ਰਗਟ ਹੋ ਜਾਂਦੀ ਹੈ। ਤਾਂ ਇਹ ਸੰਖੇਪ ਦੇ ਵਿੱਚ ਜਾਣਕਾਰੀ ਸੀ ਜਿਤਨੀ ਕੁ ਸਾਨੂੰ ਪ੍ਰਾਪਤ ਹੋ ਸਕੀ। ਬਾਕੀ ਜਿੱਥੋਂ ਤੱਕ ਸਵਾਲ ਹੈ ਕਿ ਸਾਡੇ ਪਾਠ ਦੇ ਉੱਤੇ ਬੜੀ ਕਮੀ ਰਹੀ ਹੈ ਕਿ ਅਸੀਂ ਬਹੁਤ ਸਮਾਂ ਭਗਤ ਜਨਾਂ ਤੋਂ, ਉਹਨਾਂ ਦੇ ਇਤਿਹਾਸ ਤੋਂ, ਉਹਨਾਂ ਦੇ ਉਪਦੇਸ਼ਾਂ ਤੋਂ ਤੇ ਉਹਨਾਂ ਦੇ ਦਿਨ ਦਿਹਾੜੇ ਮਨਾਉਣ ਤੋਂ ਅਸੀਂ ਅਵੇਸਲੇ ਰਹੇ ਹਾਂ। ਇਹ ਸਾਨੂੰ ਜ਼ਰੂਰ ਦੂਰ ਕਰਨਾ ਚਾਹੀਦਾ ਹੈ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਪ੍ਰਭਕੀਰਤਨ ਸਿੰਘ ਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਆਪ ਜੀ ਨੇ ਬੜੇ ਡਿਟੇਲ ਦੇ ਵਿੱਚ ਭਗਤ ਸਾਹਿਬ ਜੀ ਦਾ, ਭਗਤ ਸੈਨ ਜੀ ਦਾ ਜੀਵਨ ਵੀ ਦੱਸਿਆ, ਫਿਰ ਉਹਨਾਂ ਨੇ ਕਿਸ ਤਰ੍ਹਾਂ ਭਗਤੀ ਕੀਤੀ ਉਹ ਵੀ ਦੱਸਿਆ ਆਪ ਜੀ ਨੇ। ਔਰ ਨਾਲ ਜਿਹੜੀ ਪ੍ਰਚਲਿਤ ਸਾਖੀ ਸੀਗੀ, ਜਿਹਦਾ ਵਰਣਨ ਭਾਈ ਗੁਰਦਾਸ ਜੀ ਨੇ ਆਪਣੀ ਵਾਰ ਵਿੱਚ ਕੀਤਾ ਹੈ, ਉਹਦੀ ਵੀ ਵਿਆਖਿਆ ਕਰਕੇ ਆਪ ਜੀ ਨੇ ਇਹ ਦੱਸਿਆ ਹੈ ਕਿ ਭਗਤ ਜੀ ਜਿਹੜੇ ਸਨ ਉਹਨਾਂ ਦੀ ਵਡਿਆਈ ਜਿਹੜੀ ਹੈ ਇਸ ਸਾਖੀ ਦੇ ਵਿੱਚੋਂ ਪ੍ਰਗਟ ਹੁੰਦੀ ਹੈ। ਤੇ ਬਹੁਤ ਬਹੁਤ ਧੰਨਵਾਦ। ਆਪ ਜੀ ਨੇ ਜਿਹੜੀ ਸੁਜੈਸ਼ਨ ਦਿੱਤੀ ਹੈ ਉਹ ਵਾਕਈ ਕਾਬਲੇ ਤਾਰੀਫ ਹੈ ਔਰ ਉਹਦੇ ਉੱਪਰ ਵਿਚਾਰ ਕਰਨ ਦੀ ਲੋੜ ਹੈ ਕਿ ਜਿਹਦੇ ਇਤਿਹਾਸ ਦੇ ਵਿੱਚ ਸਾਨੂੰ ਕਹਿ